ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਵਿਸ਼ਾ ਹੈ, ਪਹਿਲਾ ਆਸਾ ਕੀ ਵਾਰ ਦੇ ਪ੍ਰਤੀ ਆਪਾਂ ਸਤਿਗੁਰੂ ਰਹਿਮਤ ਕਰਨ ਵਿਚਾਰ ਕਰਾਂਗੇ। ਆਸਾ ਦੀ ਵਾਰ ਕਿਉਂਕਿ ਸਾਡੀ ਪੰਥਕ ਮਰਜ਼ਾਦਾ ਹੈ ਕਿ ਵਿਸ਼ਵ ਪੱਧਰ 'ਤੇ ਜਿੱਥੇ ਜਿੱਥੇ ਵੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਪ੍ਰਬੰਧ ਹੈ, ਉੱਥੇ ਕੀਰਤਨੀਏ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਗਾਇਨ ਕਰਦੇ ਨੇ। ਹੁਣ ਤਾਂ ਕੁਦਰਤੀ ਸਾਡੇ ਕੋਲੇ ਚੈਨਲਾਂ ਦੇ ਉੱਤੇ ਦਰਬਾਰ ਸਾਹਿਬ ਤੋਂ ਜਾਂ ਬਾਕੀ ਹੋਰ ਵੀ ਕਾਫੀ ਸਥਾਨਾਂ ਤੋਂ ਆਸਾ ਦੀ ਵਾਰ ਦਾ ਸਿੱਧਾ ਪ੍ਰਸਾਰਣ ਹੁੰਦਾ, ਕਿਉਂਕਿ ਸੰਪੂਰਨ ਜਾਤੀ ਦੀ ਰਾਗਣੀ ਹੈ ਜਿਹਦੇ ਵਿੱਚ ਸ਼ੁੱਧ ਸੁਰਾਂ ਲੱਗਦੀਆਂ ਨੇ, ਔਰ ਅੰਮ੍ਰਿਤ ਵੇਲੇ ਦਾ ਇਹ ਗਾਉਣ ਵਾਲਾ ਰਾਗ ਹੈ। ਭਾਵੇਂ ਸ਼ਾਮ ਨੂੰ ਵੀ ਇਹ ਗਾਇਨ ਕੀਤੀ ਜਾਂਦੀ ਹੈ, ਪਰ ਇਹਨੂੰ ਰਾਗਣੀ ਕਿਹਾ ਕਿ ਸੰਪੂਰਨ ਜਾਤੀ ਦੀ ਰਾਗਣੀ ਹੈ, ਕਿਉਂਕਿ ਰਾਗਾਂ ਦਾ ਵੀ ਇੱਕ ਆਪਣਾ ਸਮਾਂ ਹੈ ਔਰ ਰਾਗਾਂ ਦੇ ਘਰਾਣੇ ਵੀ ਹੈ। ਜਿਵੇਂ ਅਸੀਂ ਰਾਗ ਮਾਲਾ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀ ਮਾਲਾ ਸੰਪੂਰਨ ਨਹੀਂ ਹੈ, ਪਰ ਉਹ ਘਰਾਣੇ ਦੀ ਇੱਕ ਮਾਲਾ ਹੈ। ਰਾਗ ਏਕ ਸੰਗ ਪੰਚ ਬਰੰਗਣ, ਬਰੰਗਣ ਕਹਿੰਦੇ ਪੁੱਤਰਾਂ ਨੂੰ, ਪਤਨੀਆਂ ਨੂੰ, ਬਰੰਗਣ ਪਤਨੀਆਂ। ਰਾਗ ਏਕ ਸੰਗ ਪੰਚ ਬਰੰਗਣ, ਨਾਲ ਉਹਦੀਆਂ 5 ਪਤਨੀਆਂ ਨੇ। ਸੰਗ ਅਲਾਪੈ ਆਠੋ ਨੰਦਨ, ਨੰਦਨ ਕਹਿੰਦੇ ਪੁੱਤਰਾਂ ਨੂੰ, ਆਠੋ ਦੇ ਅੱਗੇ ਪੁੱਤਰ ਨੇ। ਇਹ ਇਸ ਤਰ੍ਹਾਂ ਘਰਾਣੇ ਰਾਗ, ਰਾਗ ਤੋਂ ਰਾਗਣੀਆਂ, ਉਹਨਾਂ ਦੇ ਪੁੱਤ ਧੀਆਂ, ਇਹ ਖਾਸ ਕਰਕੇ ਸੰਗੀਤ ਦਾ ਵਿਸ਼ਾ ਹੈ ਕਿ ਇਸ ਤਰ੍ਹਾਂ ਰਾਗਾਂ ਦੀ ਜਿਹੜਾ ਪਰਿਵਾਰ ਗਿਣਿਆ ਜਾਂਦਾ। ਔਰ ਸਭ ਤੋਂ ਵੱਡੀ ਵਿਸ਼ੇਸ਼ਤਾ ਆਸਾ ਦੀ ਵਾਰ ਦੀ ਕਿ ਧੁਨੀ ਉਹ ਹੈ ਜਿਹੜੀ ਬਾਹਰੀ ਤੌਰ 'ਤੇ ਯੁੱਧ ਜੇਤੂਆਂ ਦੀ ਧੁਨੀ ਸੀ, ਟੁੰਡੇ ਸਰਾਜੇ ਦੀ ਧੁਨੀ। ਇਹਦੇ ਬਾਰੇ ਆਪਾਂ ਜਾਣਦੇ ਹੀ ਹਾਂ ਕਿ ਟੁੰਡੇ ਸਰਾਜ ਆਪਣੇ ਮਤੇਜ ਪੁੱਤਰਾਂ ਨਾਲ ਲੜਦਾ। ਉਸ ਸਮੇਂ ਉੱਤੇ ਜਿਸ ਧੁਨ ਦੇ ਵਿੱਚ ਉਹਦੀ ਬਹਾਦਰੀ ਗਾਇਨ ਕੀਤੀ ਗਈ, ਇਹ ਸਾਡੀ ਪ੍ਰਚਲਿਤ ਅੱਜ ਤੋਂ 500 550 ਸਾਲ ਪਹਿਲਾਂ ਸਾਡੇ ਸਮਾਜ ਦੇ ਵਿੱਚ ਇਹ ਟਿਊਨ ਸੀ, ਧੁਨ ਸੀ। ਤਾਂ ਇਸ ਪ੍ਰਚਲਿਤ ਧੁਨ ਦੇ ਉੱਤੇ, ਕਿਉਂਕਿ ਕੇਵਲ ਬਾਹਰੀ ਰੂਪ ਦੇ ਵਿੱਚ ਯੁੱਧ ਦੀ ਕਥਾ ਸੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਇੱਕ ਤੁਹਾਡੇ ਅੰਦਰੂਨੀ ਵੀ ਯੁੱਧ ਛੱਡਣਾ ਚਾਹੀਦਾ, ਤੁਹਾਡੇ ਵਿਚਾਰਾਂ ਦਾ, ਤੁਹਾਡੇ ਮਨ ਦਾ, ਤੁਹਾਡੀ ਸੋਚ ਦਾ, ਤੁਹਾਡੇ ਖਿਆਲਾਂ ਦਾ। ਉਸ ਯੁੱਧ ਵਿੱਚ ਜਿੱਤਣਾ ਹੋਵੇ, ਜਿਹਨੂੰ ਪੰਚਮ ਪਾਤਸ਼ਾਹ ਕਹਿੰਦੇ ਨਾ, ਹਉ ਗੁਸਾਈਂ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਹੋਈ ਛਿੰਝ ਇਕੱਠੀਆ ਗੁਰ ਬੈਠਾ ਵੇਖੇ ਆਪ ਜੀਓ। ਉਹ ਜਿਹੜਾ ਯੁੱਧ ਹੈ, ਉਹ ਸਾਡੇ ਅੰਦਰ ਵਿਚਾਰਾਂ ਦਾ ਯੁੱਧ ਵੀ ਚੱਲਦਾ, ਸਾਡੇ ਖਿਆਲਾਂ 'ਚ ਵੀ ਚੱਲਦਾ। ਤਾਂ ਬਾਹਰੀ ਯੁੱਧ ਦੀ ਧੁਨ ਲਈ ਹੈ, ਪਰ ਇਹ ਟੱਕਰ ਸਾਡੀ ਆ ਅੰਦਰੂਨੀ ਆ, ਜਿਹੜੀ ਸਾਡੀ ਵਿਚਾਰਧਾਰਾ ਨੂੰ, ਸਾਡੀ ਸੋਚ ਨੂੰ, ਸਾਡੀ ਜੀਵਨ ਜਾਚ ਨੂੰ, ਸਾਡੇ ਰਹਿਣ ਸਹਿਣ ਨੂੰ ਤਬਦੀਲ ਕਰ ਦੇਵੇ। ਤਾਂ ਕੁਦਰਤੀ ਹੈ, ਸਾਡੀ ਮਰਜ਼ਾਦਾ ਦਾ ਇੱਕ ਪ੍ਰਪੱਕ ਹਿੱਸਾ ਹੈ। ਔਰ ਖ਼ਾਸ ਕਰਕੇ ਕਿਹਾ ਜਾਂਦਾ ਕਿ ਜਦੋਂ ਬੰਦਾ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਉੱਠਦਾ ਤੇ ਉਹ ਇੱਕ ਸਲੇਟ ਦੀ ਤਰ੍ਹਾਂ ਹੁੰਦਾ, ਸਾਫ਼ ਸੁਥਰਾ ਜਿਹਾ, ਜੇ ਦਿਨ ਦੇ ਉਹਦੇ ਉੱਤੇ ਉਹਨੇ ਬੋਝ ਨਹੀਂ ਪਏ ਹੁੰਦੇ ਅਤੇ ਬਹੁਤ ਜ਼ਿਆਦੀਆਂ ਹੋਰ ਟੈਨਸ਼ਨ ਨਹੀਂ ਹੁੰਦੀਆਂ, ਕੋਈ ਥਕਾਵਟ ਨਹੀਂ ਹੁੰਦੀ, ਉਹ ਫਰੈਸ਼ ਹੋ ਕੇ ਜਿਹੜਾ ਉੱਠਿਆ ਹੁੰਦਾ। ਅਤੇ ਉਸ ਸਮੇਂ ਜਦੋਂ ਉਹਦਾ ਸਿਮਰਨ ਕਰਦਾ ਜਾਂ ਸੁਣਦਾ ਜਾਂ ਕੀਰਤਨ ਸੁਣਦਾ, ਸਿਫਤੀ ਸੁਣਦਾ, ਤਾਂ ਉਹਦੀ ਸੁਰਤੀ ਦੇ ਵਿੱਚ ਇਹਦਾ ਇੱਕ ਸਿੱਧਾ ਪ੍ਰਭਾਵ ਪੈਂਦਾ। ਔਰ ਇਹਦੇ ਵਿੱਚ ਜਿਹੜੀ ਮਹਿਮਾ, ਕਿਉਂਕਿ ਆਪਾਂ ਸੀਮਤ ਆਪਣੇ ਸਮੇਂ ਦੇ ਵਿੱਚ, ਇਹਦੀ ਜਿਹੜੀ ਮੂਲ ਤੱਤ ਹੈ ਕਿ ਜਿੱਥੋਂ ਸ਼ੁਰੂਆਤ ਹੁੰਦੀ ਹੈ 462 ਨੰਬਰ ਪੇਜ ਤੋਂ ਲੈ ਕੇ 474 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਕਰੀਬਨ 12 ਅੰਕ ਦੇ ਵਿੱਚ ਇਸ ਵਾਰ ਦੀਆਂ ਜਿਹੜੀਆਂ ਸ਼ਲੋਕ ਅਤੇ ਪੌੜੀਆਂ ਨੇ, ਸ਼ੰਤ ਵੱਖਰੇ ਨੇ, ਪਰ ਇਹ ਗੁਰੂ ਪੰਚਮ ਪਾਤਸ਼ਾਹ ਜੀ ਦੇ ਸਮੇਂ ਤੋਂ ਜਿਹੜੇ ਚੌਥੇ ਪਾਤਸ਼ਾਹ ਮਹਾਰਾਜ ਜੀ ਦੀ ਰਚਨਾ ਸ਼ੰਤ ਹੈ, ਉਹ ਸਾਡੀ ਕੀਰਤਨ ਪਰੰਪਰਾ ਦੇ ਵਿੱਚ ਰਾਗੀ ਪਹਿਲਾਂ ਸ਼ੰਤ ਬੋਲਦੇ ਨੇ, ਫਿਰ ਸ਼ਲੋਕ ਬੋਲਦੇ ਆ, ਔਰ ਫਿਰ ਪੌੜੀ ਗਾਇਨ ਕਰਦੇ ਆ। ਤਾਂ ਸ਼ਲੋਕ ਜਿਹੜੇ ਆ ਉਹ ਬਿਨਾਂ ਲੰਬੀ ਲੈ ਦੇ ਟਕਾ ਟਕਾ ਕੇ ਬੋਲਣ ਦੀ ਹੈ ਕਿ ਸੁਰ ਲੈ ਕੇ ਸਾਜ਼ ਦੀ, ਚਾਹੇ ਤੰਤੀ ਸਾਜ਼ ਹੋਵੇ ਚਾਹੇ ਹਾਰਮੋਨੀਅਮ ਹੋਵੇ, ਉਹਨੂੰ ਸਮਝਾ ਕੇ ਬੋਲਣਾ। ਪੌੜੀ ਇੱਕ ਵਾਰੀ ਗਾਇਨ ਕੀਤੀ ਜਾਂਦੀ ਹੈ, ਔਰ ਫਿਰ ਉਸ ਪੌੜੀ ਨੂੰ ਹੋਰ ਡੂੰਘਾ ਸਮਝਾਉਣ ਵਾਸਤੇ ਜਿਹੜਾ ਤਬਲਾ ਵਾਦਨ ਵਾਲਾ ਹੁੰਦਾ, ਤਾਲ ਵਾਦਨ ਵਾਲਾ, ਉਹ ਇੱਕ ਵਾਰੀ ਫਿਰ ਉਸ ਪੌੜੀ ਦਾ ਪਾਠ ਕਰਦਾ। ਔਰ ਇਹ ਜਿਸ ਵੀ ਸਮੇਂ ਵਿੱਚ ਜਿਵੇਂ ਵੀ ਰੂਪ ਇਹਦਾ ਸਥਾਪਿਤ ਕੀਤਾ ਗਿਆ, ਕਰਾ ਕੇ ਹੁੰਦਾ ਕਿ ਮਨੁੱਖ ਨੂੰ ਫਿਰ ਇਹਦੀ ਸਮਝ ਆ ਜਾਵੇ। ਤਾਂ ਪਹਿਲਾਂ ਗੁਰੂ ਦੀ ਮਹਿਮਾ ਹੈ, ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸਤਿਗੁਰੂ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਹਾਰ ਜਾਣਾ ਦਿਨ ਦੇ ਵਿੱਚ ਸੈਂਕੜੇ ਵਾਰੀ, ਜਿਹਨੇ ਮਨੁੱਖ ਤੋਂ
ਦੇਵਤੇ ਬਣਾ ਦਿੱਤੇ। ਆਮ ਤੌਰ 'ਤੇ ਨਾ ਸਾਡੇ ਵਿਦਵਾਨਾਂ ਨੇ ਕਿਹਾ ਕਿ ਜਪਜੀ ਸਾਹਿਬ ਦੇ ਵਿੱਚ ਵਿਸ਼ਾ ਹੈ ਕਿਵ ਸਚਿਆਰਾ ਹੋਈਏ ਕਿਵ ਕੂੜਾ ਟੁੱਟੇ ਪਾਲ। ਸਚਿਆਰੇ ਕਿਵੇਂ ਹੋਈਏ, ਉਹ ਸਚਿਆਰ ਪਦ ਦੀ ਵਿਆਖਿਆ ਹੈ। ਔਰ ਆਸਾ ਦੀ ਵਾਰ ਜਿਹੜੀ ਹੈ ਉਹ ਮਾਨਸ ਤੋਂ ਦੇਵਤੇ ਕਿਵੇਂ ਬਣਿਆ ਜਾ ਸਕਦਾ, ਦੇਵਤਿਆਂ ਵਾਲੀ ਬਿਰਤੀ, ਭਲੀ ਬਿਰਤੀ, ਚੰਗੀ ਸੋਚ, ਉੱਚੀ ਸੋਚ ਕਿਵੇਂ ਪੈਦਾ ਹੋ ਸਕਦੀ ਹੈ, ਉਹ ਆਸਾ ਦੀ ਵਾਰ ਰਾਹੀਂ ਸਮਝਾਇਆ। ਅੱਗੇ ਸਤਿਗੁਰਾਂ ਨੇ ਕਿਹਾ ਜੇ ਸੋ ਚੰਦਾ ਉਗਵੈ। ਹੁਣ ਇਹ ਬਾਹਰੀ ਚਾਨਣ ਦੀ ਗੱਲ ਹੈ। ਸੈਂਕੜੇ ਚੰਦਰਮਾ ਹੋਣ, ਸੂਰਜ ਚੜੇ ਹਜ਼ਾਰਾਂ ਸੂਰਜ ਰੋਸ਼ਨੀਆਂ ਕਰਦੇ ਹੋਣ, ਸਤਿਗੁਰੂ ਕਹਿੰਦੇ ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨਾ ਸੰਸਾਰ ਦੇ ਉੱਤੇ ਬਾਹਰੀ ਚਾਨਣ ਆ ਜਾਏ, ਪਰ ਜੇ ਬੰਦਾ ਸੋਚ ਕਰਕੇ, ਮਨ ਕਰਕੇ, ਵਿਚਾਰ ਕਰਕੇ ਉੱਚਾ ਨਹੀਂ ਉੱਠਿਆ ਤੇ ਇਹ ਸਾਰਾ ਹਨੇਰਾ ਹੀ ਹੈ। ਇਸ ਚਾਨਣ ਦੇ ਨਾਲ ਸੰਸਾਰ ਦਾ ਕੋਈ ਭਲਾ ਨਹੀਂ ਹੋਣਾ। ਇਹ ਜਿਹੜਾ ਅੰਦਰੂਨੀ ਚਾਨਣ, ਵਿਚਾਰਾਂ ਦੀ ਰੋਸ਼ਨੀ, ਇਹ ਪ੍ਰਪੱਕ ਹੋਣੀ ਜ਼ਰੂਰੀ ਹੈ। ਇੱਥੇ ਆ ਕੇ ਜਿਹੜਾ ਸ਼ੁਕਰਾਨਾ ਕੀਤਾ ਗਿਆ, ਪਹਿਲਾਂ ਗੁਰੂ ਦੀ ਮਹਿਮਾ ਹੈ, ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਫਿਰ ਸ਼ੁਕਰਾਨਾ ਕੀਤਾ ਗਿਆ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਫਿਰ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸਚੇਤ। ਸਤਿਗੁਰਾਂ ਨੇ ਇੱਥੇ ਇੱਕ ਪ੍ਰਕਰਨ ਲਿਆ ਕਿ ਕੁਝ ਲੋਕ ਜਿਹੜੇ ਹੈ ਉਹ ਆਪਣੀ ਸੋਚ ਕਰਕੇ ਕਹਿੰਦੇ ਵੀ ਅਸੀਂ ਬਹੁਤ ਕੁਝ ਜਾਣਦੇ ਹਾਂ, ਉਹ ਗੁਰੂ ਨੂੰ ਨਹੀਂ ਚੇਤਦੇ। ਉਹ ਕਹਿੰਦੇ ਕਿਵੇਂ ਨੇ, ਛੁੱਟੈ ਤਿਲ ਬੁਆੜ ਜੋ ਸੁਈਏ ਅੰਦਰ ਖੇਤ। ਜਿਵੇਂ ਖੇਤ ਦੇ ਵਿੱਚ ਜਿਹੜੇ ਤਿਲਾਂ ਦੇ ਬੂਟੇ ਦੇ ਵਿੱਚ ਤਿਲ ਨਹੀਂ ਉਹਨੂੰ ਲੱਗਦੇ, ਉਹ ਬੂਟਾ ਜਿਹੜਾ ਕਿਸਾਨ ਵੀ ਛੱਡ ਜਾਂਦਾ ਵੀ ਇਹਨੂੰ ਕੱਟ ਕੇ ਜਾਂ ਇਹਦੇ ਤੋਂ ਕੋਈ ਪੈਦਾ ਤਾਂ ਹੋਇਆ ਨਹੀਂ। ਛੁੱਟੈ ਤਿਲ ਬੁਆੜ ਜੋ ਸੁਈਏ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ। ਉਹ ਖੇਤੇ ਦੇ ਅੰਦਰ ਛੱਡਤਾ। ਫਿਰ ਸਤਿਗੁਰੂ ਕਹਿੰਦੇ ਫਲੀਐ ਫੁੱਲੀਐ ਬੱਪੜੈ ਭੀ ਤਨ ਵਿੱਚ ਸੁਆ। ਕਹਿੰਦੇ ਵੀ ਚੰਗਾ ਭਲਾ ਬੂਟਾ, ਇਹਨੂੰ ਫਲ ਵੀ ਲੱਗੇ, ਇਹਨੂੰ ਫੁੱਲ ਵੀ ਲੱਗੇ, ਪਰ ਇਹਦੇ ਵਿੱਚ ਹੈ ਤਾਂ ਸੁਆਹ ਹੀ ਆ, ਰਾਖ ਹੈ, ਕਿਉਂਕਿ ਇਹਨੂੰ ਦਾਣੇ ਪਏ ਨਹੀਂ। ਉਹ ਕਹਿੰਦੇ ਵੀ ਜਿਹੜਾ ਮਨੁੱਖ ਧਰਤੀ ਤੇ ਪੈਦਾ ਵੀ ਹੋਇਆ, ਉਹ ਵੱਡਾ ਵੀ ਹੋਇਆ, ਉਹ ਬਿਰਧ ਵੀ ਹੋਇਆ, ਪਰ ਗੁਰੂ ਦੀ ਮੱਤ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ ਉਹ ਤਿਲਾਂ ਦੇ ਉਸ ਬੂਟੇ ਵਰਗਾ ਰਹਿ ਗਿਆ ਜਿਹੜਾ ਵਧਿਆ ਵੀ, ਵੱਡਾ ਵੀ ਹੋਇਆ, ਪਾਣੀ ਵੀ ਲਿਆ, ਧੁੱਪ ਵੀ ਲਈ, ਹਵਾ ਵੀ ਲਈ, ਫਲ ਵੀ ਕੱਢਿਆ ਆ, ਫੁੱਲ ਵੀ ਵੇਖਣ ਨੂੰ ਲੱਗਾ ਵੀ ਕੁਛ ਨਾ ਕੁਛ ਲੱਗਾ, ਪਰ ਜਦੋਂ ਫਰੋਲ ਕੇ ਲਿਖਿਆ ਤੇ ਭੀ ਤਨ ਵਿੱਚ ਸੁਆ, ਉਹਦੇ ਵਿੱਚ ਰਾਖ ਹੀ ਸੀ, ਕੰਮ ਦੀ ਗੱਲ ਕੁਛ ਨਹੀਂ ਸੀ। ਇਹ ਇੱਕ ਬੜੀ ਸੁਚੇਤਤਾ ਦਾ ਜਿਹੜਾ ਮੰਤਰ ਹੈ, ਇਹਦੀ ਸ਼ੁਰੂਆਤ ਹੀ ਇਸ ਤਰ੍ਹਾਂ ਹੈਗੀ ਆ ਕਿ ਇਹਦਾ ਸਿੰਬੋਲਿਕ ਜਿਹੜਾ ਤਿਲਾਂ ਦੇ ਬੂਟੇ ਨਾਲ ਲਿਆ ਹੋਇਆ ਕਿ ਬੰਦਾ ਧਰਤੀ ਤੇ ਆਉਂਦਾ ਵੀ ਆ, ਵੱਡਾ ਹੁੰਦਾ, ਜਵਾਨ ਹੁੰਦਾ, ਇੱਥੇ ਰੋਟੀ ਪਾਣੀ ਵੀ ਛਕਦਾ, ਹਵਾ ਪਾਣੀ ਸਭ ਕੁਦਰਤ ਦੇ ਦਿੱਤੇ ਹੋਏ ਆਨੰਦ ਮਾਣਦਾ, ਪਰ ਗੁਰੂ ਦੀ ਸਿੱਖਿਆ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ ਅਧੂਰਾ ਹੀ ਸੰਸਾਰ ਤੋਂ ਚਲਾ ਜਾਂਦਾ। ਇਸ ਲਈ ਇਹ ਜਿਹੜਾ ਸਤਿਗੁਰਾਂ ਨੇ ਇਹਦੇ ਵਿੱਚ ਪ੍ਰਕਰਨ ਚਿਤਰਿਆ ਕਿ ਮਨੁੱਖ ਆਪਣੇ ਗੁਰੂ ਤੋਂ ਵੀ ਬਲਿਹਾਰ ਜਾਵੇ, ਉਹਦਾ ਸ਼ੁਕਰਾਨਾ ਵੀ ਕਰੇ ਤੇ ਤਿਲਾਂ ਦੇ ਬੂਟੇ ਵਰਗਾ ਨਾ ਰਹਿ ਜੇ, ਆਪਣੀ ਜ਼ਿੰਦਗੀ ਦੇ ਵਿੱਚ ਵਿਕਾਸ ਵੀ ਕਰੇ। ਅੱਗੇ ਹੈਗਾ ਪ੍ਰਭੂ ਦੀ ਸ੍ਰਿਸ਼ਟੀ ਦਾ ਸੱਚ ਕੀ ਹੈ, ਕਿਉਂਕਿ ਸਾਡਾ ਲੋਕ ਅਖਾਣ ਰਿਹਾ ਕਿ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ। ਇਹ ਸੁਸਤ ਬੰਦਿਆਂ ਦੇ ਬੜੇ ਬੜੇ ਮੁਹਾਵਰੇ ਹੁੰਦੇ ਇਸ ਤਰ੍ਹਾਂ ਦੇ। ਉਹ ਕਹਿੰਦੇ ਵੀ ਅਗਲੇ ਜਹਾਨ ਦੀਆਂ ਗੱਲਾਂ ਛੱਡੋ, ਇਹ ਸੰਸਾਰ ਹੀ ਸਾਰਾ ਮਿੱਠਾ ਹੈ ਜੀ, ਜਿਹੜਾ ਇੱਥੇ ਖਾ ਪੀ ਲਿਆ, ਹੰਢਾ ਲਿਆ, ਜੋ ਕੁਝ ਕਰ ਲਿਆ, ਇਹ ਸੰਸਾਰ ਨਾਲ ਹੀ ਬੰਦਾ ਖਤਮ ਹੋ ਗਿਆ। ਇਸ ਤਰ੍ਹਾਂ ਦੇ ਮੱਤ ਵੀ ਰਹੇ ਨੇ, ਵਾਮ ਮਾਰਗੀਆਂ ਦੇ ਮੱਤ, ਹੋਰ ਵੀ ਅਨੇਕ ਤਰ੍ਹਾਂ ਦੇ ਮੱਤ, ਵੀ ਇਹ ਸੰਸਾਰ ਜਿਹੜਾ ਦਿਸਦਾ ਇੰਨਾ ਕੀ ਹੈ, ਜਦੋਂ ਚਲੇ ਗਏ ਤਾਂ ਚਲੇ ਗਏ। ਸਤਿਗੁਰੂ ਕਹਿ ਕੇ ਨਹੀਂ, ਬੰਦੇ ਦੀ ਹੋਂਦ ਹੈ, ਇੱਕ ਸੀਮਾ ਹੈ। ਅਸੀਂ 50-100 ਸਾਲ ਬਾਅਦ ਨਹੀਂ ਵੀ ਹੋਵਾਂਗੇ, ਪਰ ਇੱਥੇ ਤਾਂ ਕੋਈ ਨਾ ਕੋਈ ਬੈਠਾ ਹੀ ਹੋਏਗਾ ਨਾ। ਅਸੀਂ 50-100 ਸਾਲ ਪਹਿਲਾਂ ਨਹੀਂ ਸੀ, ਉਦੋਂ ਵੀ ਤਾਂ ਇਸ ਧਰਤੀ ਤੇ ਕੋਈ ਵਸਦਾ ਸੀ ਨਾ। ਸੰਸਾਰ ਤੇ ਸੱਚ ਹੈ, ਬੰਦੇ ਦੀ ਹੋਂਦ ਜਿਹੜੀ ਆ ਉਹਦੀ ਇੱਕ ਸੀਮਾ ਹੈ। ਇਸੇ ਲਈ ਨੌਵੇਂ ਪਾਤਸ਼ਾਹ ਜਦੋਂ ਸ਼ਲੋਕ ਅਸੀਂ ਪੜ੍ਹਦੇ ਨਾ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ। ਉੱਥੇ ਸੰਸਾਰ ਦੀ ਉਸ ਦ੍ਰਿਸ਼ਟੀ ਨੂੰ ਚਿਤਰਿਆ ਕਿ ਰਾਮਚੰਦਰ ਜੀ ਨੂੰ ਅਵਤਾਰ ਕਰਕੇ ਮੰਨਿਆ, ਰਾਵਣ ਨੂੰ ਸ਼ਕਤੀਵਾਨ ਕਰਕੇ ਮੰਨਿਆ। ਸਤਿਗੁਰੂ ਕਹਿੰਦੇ ਹਾਂ ਹੋਏ ਨੇ ਧਰਤੀ ਤੇ, ਉਹਨਾਂ ਦਾ ਬਹੁਤ ਵੱਡਾ ਪਰਿਵਾਰ ਵੀ ਹੋਇਆ, ਪਰ ਇਹ ਜਿਹੜਾ ਇੱਥੇ ਥਿਰ ਕੋਈ ਨਹੀਂ ਹੈ, ਥਿਰ ਨਹੀਂ, ਪੱਕੇ ਰੂਪ ਵਿੱਚ ਨਹੀਂ ਬੈਠ ਰਿਹਾ, ਪਰ ਸੰਸਾਰ ਤੇ ਸਦੀਆਂ ਤੋਂ ਚੱਲ ਰਿਹਾ ਹੈਗਾ, ਸਦੀਆਂ ਜੁਗਾਂ ਜਗੰਤਰਾਂ ਤੱਕ ਚੱਲਦਾ ਰਹਿਣਾ। ਇਸ ਲਈ ਸੰਸਾਰ ਤੇ ਸੱਚਾ ਹੈ। ਆਹ ਜਿਹੜੀ ਹੋਂਦ ਆ ਬੰਦੇ ਦੀ, ਇਹ ਕੁਝ ਵਕਤੀ ਹੈਗੀ ਆ ਇੱਥੇ ਕਰਕੇ। ਇਸ ਲਈ ਪਹਿਲਾਂ ਸੱਚ ਦੀ ਗੱਲ ਕੀਤੀ ਆ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਵ ਵਿਚਾਰ।
ਸਤਿਗੁਰੂ ਕਹਿੰਦੇ ਜੋ ਵੀ ਹੇ ਅਕਾਲ ਪੁਰਖ ਜੀਓ, ਜੋ ਇਹ ਖੰਡ ਪੈਦਾ ਹੋਏ ਨੇ, ਬ੍ਰਹਿਮੰਡ ਪੈਦਾ ਹੋਏ ਨੇ, ਇਹ ਤਾਂ ਸੱਚ ਹੈ। ਔਰ ਇਸ ਸੱਚਾਈ ਨੂੰ ਮਨੁੱਖ ਨੇ ਮਹਿਸੂਸ ਕਿਵੇਂ ਕਰਨਾ ਕਿ ਜਦੋਂ ਅਸੀਂ ਸੰਸਾਰ ਦੇ ਸੱਚ ਨੂੰ ਵੀ ਵਾਚਣਾ ਤੇ ਆਪਣੀ ਹੋਂਦ ਨੂੰ ਵੀ ਵਾਚਣਾ, ਕਿ ਸਾਡੀ ਹੋਂਦ ਕੁਝ ਸਮੇਂ ਤੱਕ ਹੈ। ਇਸ ਲਈ ਸਤਿਗੁਰੂ ਕਹਿੰਦੇ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਹੇ ਸੰਸਾਰ ਦੇ ਲੋਕੋ, ਇਹ ਜਿਹੜਾ ਜੱਗ ਆ ਨਾ, ਇਹ ਸੱਚੇ ਦੀ ਕੋਠੜੀ, ਕੋਠੜੀ ਆਮ ਕੋਠੀ ਰਹਿਣ ਵਾਲਾ ਸਥਾਨ ਨੂੰ ਕਹਿੰਦੇ। ਜਿਵੇਂ ਆਪਣਾ ਕੱਲ ਵਿਸ਼ਾ ਸੀ ਨਾ, ਹਰਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਰੱਬ ਦਾ ਘਰ ਇਹ ਸਰੀਰ ਹੈ। ਔਰ ਸਤਿਗੁਰੂ ਕਹਿੰਦੇ ਵੀ ਇਹ ਜਿਹੜਾ ਜੱਗ ਹੈ ਨਾ, ਇਹ ਸੱਚੇ ਦੀ ਕੋਠੜੀ ਹੈ। ਮਤ ਕੋਈ ਕਵੇ ਵੀ ਇਹ ਸੰਸਾਰ ਝੂਠਾ ਹੈ, ਤਾਂ ਕਿਉਂਕਿ ਸਾਡੀ ਭਾਰਤੀ ਸੰਸਕ੍ਰਿਤੀ ਸੀ, ਉਹ ਸੰਸਾਰ ਨੂੰ ਝੂਠਾ ਸਮਝ ਕੇ ਕੋਈ ਪਹਾੜਾਂ ਦੇ ਕੰਧਰਾਂ 'ਚ ਚਲਾ ਗਿਆ, ਕੋਈ ਪਹਾੜਾਂ ਦੀਆਂ ਚੋਟੀਆਂ 'ਚ ਚਲਾ ਗਿਆ, ਕੋਈ ਜੰਗਲਾ ਬੀਆਬਾਨਾਂ ਚਲਾ ਗਿਆ, ਕੋਈ ਪੁੱਛਦਾ ਕਿੱਥੇ ਚੱਲੇ ਹੋ, ਕਹਿੰਦਾ ਰੱਬ ਨੂੰ ਢੂੰਡਣ ਚੱਲੇ। ਤਾਂ ਇਹ ਸਤਿਗੁਰਾਂ ਨੇ ਇਹੋ ਜਿਹੀ ਮਾਨਸਿਕਤਾ ਨੂੰ ਵੀ ਸੁਚੇਤ ਕੀਤਾ ਕਿ ਇਹ ਸਾਰਾ ਸੰਸਾਰ ਜੋ ਵੀ ਦਿਸਦਾ ਹੈ, ਕੁੰਦਰਾਂ ਵਿੱਚ ਵੀ ਤੂੰ ਹੈ, ਪਹਾੜਾਂ ਵਿੱਚ ਵੀ ਤੂੰ ਹੈ, ਸ੍ਰਿਸ਼ਟੀ ਵਿੱਚ ਵੀ ਤੂੰ ਹੈ, ਬਨਸਪਤੀ ਵਿੱਚ ਵੀ ਤੂੰ ਹੈ। ਤਾਂ ਇਸ ਲਈ ਤੂੰ ਤਾਂ ਸਾਰੇ ਥਾਂ 'ਤੇ ਮੌਜੂਦ ਹੈ। ਜਦੋਂ ਕੁਝ ਸਮਾਜ ਇੱਕ ਸੀਮਾ 'ਚ ਵਿਚਰਨ ਦੀ ਕੋਸ਼ਿਸ਼ ਕਰਦਾ ਕਿ ਅਸੀਂ ਲੱਭਣ ਚੱਲੇ ਹਾਂ, ਉਹ ਕਹਿੰਦੇ ਲੱਭਣ ਦੀ ਬਾਹਰੋਂ ਲੋੜ ਨਹੀਂ ਹੈ, ਲੱਭਣਾ ਤੇ ਇਹ ਥਾਂ ਥਾਂ ਹੀ ਪਸਰਿਆ ਹੈਗਾ, ਉਹਦਾ ਪਸਾਰਾ ਹੀ ਉਸ ਅਕਾਲ ਦਾ ਹੈਗਾ। ਇਸ ਲਈ ਇਹਦੇ ਵਿੱਚ ਜਿਹੜਾ ਸੱਚ ਦਾ ਜਿਹੜਾ ਰੂਪ ਦਿੱਤਾ। ਫਿਰ ਸਤਿਗੁਰਾਂ ਨੇ ਕੁਦਰਤ ਦਾ ਅਨੁਭਵ ਕਿਵੇਂ ਕਰੇ, ਕਿਉਂਕਿ ਸਤਿਗੁਰਾਂ ਦਾ ਤਾਂ ਬਚਨ ਹੈ ਕੁਦਰਤ ਕਰਕੇ ਵਸਿਆ ਸੋਏ, ਵੀ ਕਾਦਰ ਜਿਹੜਾ ਹੈ ਉਹ ਆਪਣੀ ਕੁਦਰਤ ਨੂੰ ਸਾਜ ਕੇ ਉਹਦੇ ਵਿੱਚ ਹੀ ਮੌਜੂਦ ਹੈ। ਅੱਗੇ ਸਤਿਗੁਰਾਂ ਦਾ ਬਚਨ ਹੈ ਵਕਤ ਵਿਚਾਰੇ ਸੋ ਬੰਦਾ ਹੋਏ। ਜਿਹੜਾ ਸਮੇਂ ਦੀ ਵਿਚਾਰ ਕਰਦਾ ਨਾ ਬੰਦਾ ਅਸਲ ਵਿੱਚ ਉਹੀ ਹੈ, ਜਿਹੜਾ ਕਾਦਰ ਹੈ ਉਹ ਤਾਂ ਕੁਦਰਤ ਕਰਕੇ ਇਹਦੇ ਵਿੱਚ ਮੌਜੂਦ ਹੈਗਾ, ਇਹਦੇ ਵਿੱਚ ਵਸਿਆ ਹੋਇਆ। ਔਰ ਮੈਂ ਇੱਕ ਅੱਗੇ ਵੀ ਗੱਲ ਕੀਤੀ ਸੀ ਵੀ ਉਹ ਭਾਈ ਵੀਰ ਸਿੰਘ ਦੀ ਬੜੀ ਪਿਆਰੀ ਕਥਾ ਹੈਗੀ ਹੈ ਕਿ ਉਹਨਾਂ ਦੇ ਘਰ ਡਾਕਟਰ ਜਸਵੰਤ ਸਿੰਘ ਨੇਕੀ ਤੇ ਇੱਕ ਡਾਕਟਰ ਹੋਰ ਜਦੋਂ ਅਜੇ ਉਹ MBBS ਕਰਦੇ ਸੀ, ਉਹ ਮਿਲਣ ਵਾਸਤੇ ਚਲੇ ਗਏ। ਭਾਈ ਵੀਰ ਸਿੰਘ ਦੇ ਘਰ ਅੱਜ ਵੀ ਫੁੱਲਾਂ ਦੀ ਪੂਰੀ ਐਂ ਬਗਾਤ ਹੈ, 4.5 ਏਕੜ ਦੇ ਵਿੱਚ ਉਹਨਾਂ ਦੀ ਲਾਰੈਂਸ ਰੋਡ 'ਤੇ ਕੋਠੀ ਹੈ। ਔਰ ਸਾਰੇ ਘਰ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਫੁੱਲ ਬੂਟੇ ਹੀ ਹੈਗੇ ਨੇ। ਉਹ ਸਿੰਬਲ ਦਾ ਰੁੱਖ ਉਹਨਾਂ ਨੇ ਆਪਣੇ ਦਰਵਾਜ਼ੇ 'ਤੇ ਲਾਇਆ, ਇੰਟਰ ਹੁੰਦਿਆਂ ਸਾਰ ਸਿੰਬਲ ਦਾ ਰੁੱਖ ਅਜੇ ਵੀ ਉਹ ਹੈਗਾ, ਸਿੱਧਾ ਸਤੀਰ ਹੈ, ਜਿਹਦੀ ਆਪਾਂ ਉਦਾਹਰਨ ਅੱਗੇ ਜਾ ਕੇ ਦਿੰਦੇ ਹਾਂ। ਤਾਂ ਉਹ ਕਹਿੰਦੇ ਵੀ ਉਹ ਸੈਰ ਕਰਦਿਆਂ ਨਾ ਬਾਗ ਦੇ ਵਿੱਚ ਤਾਂ ਤਿਤਲੀ ਜਿਹੜੀ ਆ ਫੁੱਲ 'ਤੇ ਬੈਠੀ, ਤਾਂ ਕੁਝ ਚਿਰ ਬਾਅਦ ਉੱਡ ਗਈ। ਅਤੇ ਭਾਈ ਵੀਰ ਸਿੰਘ ਜੀ ਆਪਦੇ ਵਿਦਿਆਰਥੀਆਂ ਨੂੰ ਕਹਿੰਦੇ ਵੀ ਦੱਸੋ ਇਹ ਕੀ ਹੋਇਆ। ਤਾਂ ਇੱਕ ਕਹਿੰਦਾ ਜੀ ਤਿਤਲੀ ਆਈ ਸੀ ਫੁੱਲ 'ਤੇ ਬੈਠੀ ਅਤੇ ਉੱਡ ਗਈ। ਡਾਕਟਰ ਨੇਕੀ ਸਾਹਿਬ, ਜੋ ਮੈਂ ਡਾਕਟਰ ਸਾਹਿਬ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਕਿਉਂਕਿ ਉਹ ਮਨੋਵਿਗਿਆਨ ਦੇ ਸਨ, ਤਾਂ ਡਾਕਟਰ ਨੇਕੀ ਜੀ ਕਵਿਤਾ ਲਿਖ ਲੈਂਦੇ ਸਨ ਉਸ ਸਮੇਂ ਵੀ, ਹਾਲਾਂਕਿ ਵਿਦਿਆਰਥੀ ਸਨ। ਉਹ ਕਹਿੰਦੇ ਨੇਕੀ ਜੀ ਤੁਸੀਂ ਤਾਂ ਸ਼ਾਇਰਮਨ ਹੋ ਅਤੇ ਤੁਸੀਂ ਕਵੀ ਕੀ ਅਨੁਭਵ ਕਰਦੇ ਹੋ। ਅਤੇ ਨੇਕੀ ਸਾਹਿਬ ਕਹਿੰਦੇ ਵੀ ਮੈਂ ਦੇ ਕਿਹਾ, ਉਹਨਾਂ ਨੇ ਆਪਦੀ ਜੀਵਨੀ 'ਚ ਲਿਖਿਆ ਵੀ ਇੱਕ ਸੁੰਦਰਤਾ ਸੀ, ਸੁੰਦਰਤਾ ਦੇ ਪਾਸ ਆਈ ਅਤੇ ਸੁੰਦਰਤਾ ਮਾਣ ਕੇ ਚਲੀ ਗਈ। ਤਾਂ ਭਾਈ ਵੀਰ ਸਿੰਘ ਜੀ ਹੱਸ ਕੇ ਕਹਿੰਦੇ ਤੁਸੀਂ ਅਜੇ ਦੋਵੇਂ ਦੁਬਿਧਾ ਦੇ ਵਿੱਚ ਹੋ। ਅਤੇ ਆਂਦੇ ਸਾਨੂੰ ਪਤਾ ਸੀ ਕਿ ਉਹ ਅਨੁਭਵੀ ਨੇ। ਅਤੇ ਅਸੀਂ ਕਹਿੰਦੇ ਹੱਥ ਜੋੜ ਕੇ ਆ ਭਾਈ ਵੀਰ ਸਿੰਘ ਜੀ ਤੁਸੀਂ ਦੱਸੋ ਵੀ ਇਹ ਕੀ ਖੇਡ ਹੋਈ ਹੈ। ਕਹਿੰਦੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹੋ ਨਾ, ਆਪੇ ਰਸੀਆ ਆਪ ਰਸ ਆਪੇ ਰਾਵਣਹਾਰ, ਕਹਿੰਦੇ ਉਹਦੀ ਵਿਆਖਿਆ ਹੈਗੀ ਆ। ਫੁੱਲ ਵਿੱਚ ਵੀ ਤੂੰ ਹੈ, ਤਿਤਲੀ ਵਿੱਚ ਵੀ ਤੂੰ ਹੈ, ਰਾਵਣਹਾਰਾ ਵੀ ਤੂੰ ਹੈ, ਤੂੰ ਰਸੀਆ ਵੀ ਤੂੰ ਸੈਂ, ਰਸ ਵੀ ਤੂੰ ਸੈਂ। ਇਹ ਜਿਹੜੀ ਕੁਦਰਤ ਦੀ ਵਿਆਖਿਆ, ਮੈਂ ਅੱਗੇ ਕਹਿੰਦਾ ਹੁੰਦਾ ਵੀ ਇਸ ਸ਼ਬਦ ਦੀ ਇਦੋਂ ਵਧੀਆ ਵਿਆਖਿਆ ਹੋਰ ਹੋ ਵੀ ਨਹੀਂ ਸਕਦੀ। ਵੀ ਇੰਨੀ ਇੱਕ ਸਰਲ ਜੀ ਸਪਸ਼ਟ ਜੀ ਇੱਕ ਘਟਨਾ ਘਟਦੀ ਹੈ। ਅਤੇ ਅਨੁਭਵੀ ਪੁਰਖਾਂ ਦੇ ਵਿੱਚ ਇਹੋ ਹੀ ਇੱਕ ਗੁਣ ਹੁੰਦਾ ਹੈ, ਕਿਉਂਕਿ ਕੁਝ ਗੱਲਾਂ ਹੁੰਦੀਆਂ ਪੜ੍ਹੀਆਂ ਅਤੇ ਸੁਣੀਆਂ, ਕੁਝ ਜਿਨ੍ਹਾਂ ਦਾ ਅਨੁਭਵ ਉੱਚਾ ਹੁੰਦਾ ਨਾ, ਅਨੁਭਵ ਵਿੱਚ ਜਿਹੜੀ ਵਿਆਖਿਆ ਹੋਈ ਹੈ। ਇਸ ਲਈ ਭਾਈ ਵੀਰ ਸਿੰਘ ਦੀ ਤੁਸੀਂ ਨਿਤਨੇਮ ਦੀ ਵਿਆਖਿਆ ਪੜ੍ਹੋਗੇ ਨਾ, ਜਾਪ ਸਾਹਿਬ ਦੀ, ਜਪਜੀ ਸਾਹਿਬ ਦੀ, ਸਵਈਆਂ ਦੀ, ਚੌਪੀ ਦੀ, ਕਮਾਲ ਹੈ। ਭਾਵੇਂ ਹੋਰ ਵੀ ਸਾਰਿਆਂ ਨੇ ਚੰਗਾ ਕੰਮ ਕੀਤਾ, ਪਰ ਭਾਈ ਵੀਰ ਸਿੰਘ ਦੀ ਜਿਹੜੀ ਅਰਥ ਪ੍ਰਣਾਲੀ ਹੈ ਜਾਂ ਉਹਨਾਂ ਦੀ ਵਿਆਖਿਆ ਕਰ ਰਹੀ ਹੈ, ਉਹਨਾਂ ਦੇ ਅਨੁਭਵ ਦਾ ਵਿਸ਼ਾ ਹੈਗਾ। ਔਰ ਇਹ ਜਿਹੜੀ ਕੁਦਰਤ ਦਾ ਜਿਹੜਾ ਵਿਸਮਾਦੀ ਰੰਗ ਹੈ, ਵਿਸਮਾਦ ਅਸੀਂ ਅਸਚਰਜਜਨਕ ਨੂੰ ਕਹਿੰਦੇ ਹਾਂ। ਸਤਿਗੁਰੂ ਕਹਿੰਦੇ ਵੀ ਵਿਸਮਾਦ ਨਾਦ, ਵਿਸਮਾਦ ਵੇਦ। ਨਾਦ ਵੈਸੇ ਆਵਾਜ਼ ਨੂੰ ਕਹਿੰਦੇ ਹਾਂ। ਇਸੇ ਲਈ ਜਿਹੜਾ ਆਪਾਂ ਸਾਰੇ ਹਾਂ, ਆਪਾਂ ਸਤਿਗੁਰਾਂ ਦਾ ਨਾਦੀ ਪਰਿਵਾਰ ਹਾਂ। ਇੱਕ ਹੁੰਦੀ ਬਿੰਦੀ ਸੰਤਾਨ, ਇੱਕ ਹੁੰਦੀ ਨਾਦੀ ਸੰਤਾਨ। ਬਿੰਦੀ ਸੰਤਾਨ ਹੈ ਜੋ ਮਾਤਾ ਪਿਤਾ ਦੇ ਸੰਯੋਗ ਤੋਂ ਪਰਿਵਾਰ ਪੈਦਾ ਹੋਇਆ, ਉਹਨੂੰ ਕਹਿੰਦੇ ਬਿੰਦੀ ਸੰਤਾਨ। ਇੱਕ ਹੈਗਾ ਕਿ ਸਾਡੇ ਵੱਡੇ ਵਡੇਰੇ ਗੁਰੂ ਸਾਹਿਬਾਂ ਦਾ ਸ਼ਬਦ ਸੁਣ ਕੇ, ਇਤਿਹਾਸ ਸੁਣ ਕੇ, ਕੀਰਤਨ ਸੁਣ ਕੇ ਉਹ ਪਰਿਵਰਤਿਤ ਹੋਏ ਧਰਮ ਲਈ। ਉਹ ਕਿਹੜੇ ਵੇਲੇ ਹੋਏ ਸਾਨੂੰ ਨਹੀਂ ਪਤਾ। ਸਾਡੇ ਦਾਦੇ ਬਾਬੇ ਪੜਦਾਦੇ ਨਗੜ ਦਾਦੇ ਪਿਛੋਕੜ
ਉਹ ਗੁਰੂ ਕਾਲ ਵਿੱਚ ਸਿੱਖੀ ਨਾਲ ਕਿਵੇਂ ਜੁੜੇ, ਉਹ ਨਾਦ ਸੁਣ ਕੇ ਜੁੜੇ ਨੇ, ਧੁਨ ਸੁਣ ਕੇ ਜੁੜੇ ਨੇ। ਉਹਨਾਂ ਨੂੰ ਚੰਗਾ ਲੱਗਾ ਔਰ ਅਸੀਂ ਫਿਰ ਸਿੱਖ ਬਣ ਗਏ। ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਸਾਡੇ ਪਰਿਵਾਰ ਕਿਵੇਂ ਗੁਰੂ ਘਰ ਨਾਲ ਜੁੜੇ, ਇਸ ਲਈ ਅਸੀਂ ਗੁਰੂ ਦਾ ਨਾਦੀ ਪਰਿਵਾਰ ਹੈ ਔਰ ਸਾਡੇ ਗੁਰੂ ਵੀ ਜੁਗ ਜੁਗ ਅਟਲ ਤੇ ਨਾਦੀ ਪਰਿਵਾਰ ਵੀ ਜੁਗੋ ਜੁਗ ਅਟਲ। ਅੱਜ ਅਸੀਂ ਬੈਠੇ ਹਾਂ, 100 ਸਾਲ ਬਾਅਦ ਕੋਈ ਹੋਰ ਬੈਠਾ ਹੋਏਗਾ, ਪਰ ਉਹ ਨਾਦੀ ਪਰਿਵਾਰ ਹੋਏਗਾ। ਇਸ ਲਈ ਨਾਦ ਜਿੰਨਾ ਪ੍ਰਚਾਰ ਕਰ ਦਾਂਗੇ ਉਹਨਾਂ ਨਾਦੀ ਪਰਿਵਾਰ ਵੱਧਦਾ ਜਾਊਗਾ। ਜੋ ਚੇਅਰਮੈਨ ਸਾਹਿਬ ਦੀ ਭਾਵਨਾ ਹੈ ਨਾ ਵੀ ਇਹ ਨਾਦ, ਸ਼ਬਦ, ਧੁਨ, ਅਰਥ ਪ੍ਰਣਾਲੀ ਜਿੰਨਾ ਪ੍ਰਚਾਰ ਵੱਧਦਾ ਜਾਏਗਾ ਉਹਨਾਂ ਨਾਦੀ ਪਰਿਵਾਰ ਵੱਡਾ ਹੋਏਗਾ। ਕਿਸੇ ਸਮੇਂ 'ਚ ਕਿੰਨੇ ਜਿਹੜੇ ਗੈਰ ਸਿੱਖ ਪਰਿਵਾਰ ਆਏ ਨੇ, ਚਾਹੇ ਉਹ ਪ੍ਰੋਫੈਸਰ ਸਾਹਿਬ ਸਿੰਘ ਦਾ ਪਰਿਵਾਰ ਹੈ, ਚਾਹੇ ਉਹ ਭਗਤ ਪੂਰਨ ਸਿੰਘ ਦਾ ਹੈ, ਚਾਹੇ ਇੰਦਰਜੀਤ ਸਿੰਘ ਜਿਹੜੇ ਪੰਜਾਬ ਐਂਡ ਸਿੰਧ ਬੈਂਕ ਵਾਲੇ ਆਏ ਨੇ, ਉਹ ਉਹਨਾਂ ਪਰਿਵਾਰਾਂ 'ਚੋਂ ਆਏ ਨੇ। ਮਾਸਟਰ ਤਾਰਾ ਸਿੰਘ ਜੀ ਆਏ ਨੇ, ਉਹ ਨੌਨ ਸਿੱਖ ਪਰਿਵਾਰਾਂ 'ਚੋਂ ਆਏ ਨੇ। ਉਹਨਾਂ ਨੂੰ ਇਹ ਨਾਦ, ਇਹ ਸ਼ਬਦ, ਇਹ ਧੁਨਾਂ, ਇਹ ਜਿਹੜੀ ਸ਼ਕਤੀ ਆ, ਇਹ ਖਿਆਲਾਤ ਨੇ, ਫਿਲਾਸਫੀ ਆ, ਚੰਗੀ ਲੱਗੀ। ਇਸ ਲਈ ਆਪਾਂ ਨਾਦੀ ਪਰਿਵਾਰ ਵਧਾਉਣਾ ਤੇ ਵਧਣਾ ਇੰਝ ਆ ਜਿੰਨਾ ਇਹਦਾ ਪ੍ਰਚਾਰ ਤੇ ਪਸਾਰ ਹੋਏਗਾ। ਮਤਲਬ ਉਹਦੇ ਜਿਹਨੂੰ ਚੰਗਾ ਲੱਗੇਗਾ ਉਹ ਨਾਦੀ ਪਰਿਵਾਰ ਦੀ ਇੱਕ ਯੂਨਿਟੀ ਆ, ਉਹ ਵੱਧਦੀ ਜਾਏਗੀ, ਇਕੱਠ ਵੱਧਦਾ ਜਾਏਗਾ। ਗੁਰੂ ਸਾਹਿਬ ਤਾਂ ਇਕੱਲੇ ਚੱਲੇ ਸਨ ਨਾ ਦਾਸੀਆਂ, ਤੇ ਭਾਈ ਮਰਦਾਨਾ ਜੀ ਸਨ, ਤੇ ਕੁਝ ਸਮੇਂ ਤੱਕ ਭਾਈ ਬਾਲਾ ਜੀ ਚੱਲੇ। ਤਾਂ ਫਿਰ ਉਸ ਤੋਂ ਬਾਅਦ ਅੱਜ ਦੇਖੋ 500 550 ਸਾਲ ਦੇ ਵਿੱਚ ਇੱਕ ਪੋਜ਼ੀਟਿਵ ਪੱਖ ਵੀ ਹੈਗਾ ਵੀ ਹਿੰਦੁਸਤਾਨ ਤੋਂ ਬਾਹਰ ਆਪਾਂ 160 ਦੇਸ਼ਾਂ ਵਿੱਚ ਵਸਦੇ ਹਾਂ। ਉੱਥੇ ਨਿਸ਼ਾਨ ਝੂਲਦੇ ਨੇ, ਮਹਾਰਾਜ ਦਾ ਪ੍ਰਕਾਸ਼ ਹੈ। ਉਹ ਕਿਵੇਂ ਗਿਆ? ਉਹ ਬਿੰਦੀ ਸੰਤਾਨ ਤਾਂ ਜਾ ਨਹੀਂ ਸੀ ਸਕਦੀ, ਉਹ ਨਾਦੀ ਸੰਤਾਨ ਗਈ ਹੈ। ਔਰ ਉਹ ਨਾਦੀ ਪਰਿਵਾਰ ਜਿਹੜਾ ਦੇਸ਼ ਦੀਆਂ ਸਰਹੱਦਾਂ ਤੋਂ ਲੈ ਕੇ ਕੋਨੇ-ਕੋਨੇ ਤੱਕ ਬੈਠਾ। ਇਸ ਲਈ ਜਿਹੜਾ ਨਾਦ ਆ ਆਪਣੇ ਆਪ ਵਿੱਚ ਇੱਕ ਸ਼ਕਤੀ ਹੈ। ਸਤਿਗੁਰੂ ਕਹਿੰਦੇ ਵਿਸਮਾਦ ਨਾਦ, ਜਦੋਂ ਤੇਰੀਆਂ ਇਹ ਧੁਨਾਂ, ਹਵਾਵਾਂ, ਪੌਣ ਪਾਣੀ ਚੱਲਦੇ ਨੇ ਨਾ, ਇਹ ਬੜੇ ਅਚਰਜਜਨਕ ਨੇ। ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਇਹ ਲੰਬਾ ਸ਼ਬਦ ਹੈ ਕਿ ਇਹਦੇ ਵਿੱਚ ਕੁਦਰਤ ਤੋਂ ਬਲਹਾਰੇ ਜਾਣਾ। ਇਹ ਸਾਰਾ ਕੁਝ ਅਚਰਜਜਨਕ ਹੀ ਹੈ। ਹੇ ਕੁਦਰਤ, ਸਭ ਕੁਝ ਤੂੰ ਇਹ ਕਿੰਨਾ ਕੁਝ ਪੈਦਾ ਕੀਤਾ। ਇਹ ਅੰਡਜ, ਜੇਰਜ, ਸੇਤਜ, ਕੀਨੀ, ਉਤਪੁਜ, ਖਾਨ, ਇਹ 4 ਖਾਣੀਆਂ ਨੇ। ਇਹ ਸਾਰਾ ਕੁਝ ਤੁਹਾਡਾ ਵਿਸਮਾਦ ਹੈ। ਇਹਦੇ ਵਿੱਚ ਕੁਦਰਤ ਦਾ ਵਰਣਨ ਹੈ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਆਕਾਸ਼ੀ ਪਾਤਾਲਨੀ, ਕੁਦਰਤ ਸਰਬ ਵਿਚਾਰ। ਇਹਦੇ ਵਿੱਚ ਕੁਦਰਤ ਤੇ ਵਿਸਮਾਦ ਦੀ ਇੱਕ ਉਹ ਰੂਪ ਚਿਤਰਿਆ ਹੈਗਾ ਜਿਹਦੇ ਵਿੱਚ ਸਤਿਗੁਰੂ ਅਕਾਲ ਤੋਂ ਬਲਹਾਰ ਜਾਂਦੇ ਨੇ। ਅੱਗੇ ਹੈ ਕਿ ਹੁਕਮੀ ਬੰਦਾ ਕਿਵੇਂ ਬਣੇ। ਇਹ ਜਿਹੜਾ ਹੈਗਾ ਨਾ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਉੱਥੇ ਭੈ ਦਾ ਅਰਥ ਹੈ ਨਿਯਮ। ਸਤਿਗੁਰੂ ਕਹਿੰਦੇ ਕਿ ਜਿਹੜੀ ਕੁਦਰਤ ਹੈ ਇਹ ਸਾਰੀ ਇੱਕ ਨਿਯਮ ਦੇ ਅਧੀਨ ਹੈ, ਇੱਕ ਮਰਿਆਦਾ ਦੇ ਅਧੀਨ ਹੈ। ਮੈਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਅਸੀਂ ਕੁਦਰਤ ਕੋਲੋਂ ਨਿਯਮ ਗ੍ਰਹਿਣ ਕਰਨਾ। ਅਸੀਂ ਰੁੱਤਾਂ ਤੋਂ ਪਹਿਲਾਂ ਹੀ ਕਿਆਫਾ ਲਾ ਲੈਂਦੇ ਵੀ ਹੁਣ ਗਰਮੀ ਦੀ ਰੁੱਤ ਆ ਜਾਣੀ ਹੈ। ਸਾਨੂੰ ਕੁਦਰਤ 'ਤੇ ਇੰਨਾ ਭਰੋਸਾ ਹੈ। ਹੁਣ ਸਾਨੂੰ ਪਤਾ ਸਾਉਣ ਦੇ ਮਹੀਨੇ 'ਚ ਮੀਂਹ ਪੈ ਜਾਣਾ, ਸਾਨੂੰ ਪਤਾ ਪੋਹ ਦੇ ਮਹੀਨੇ 'ਚ ਠੰਡ ਬਹੁਤ ਵੱਧ ਜਾਣੀ ਆ। ਕਾਰਨ ਕੀ ਹੈ ਕਿ ਕੁਦਰਤ ਆਪਣੇ ਨਿਯਮ ਤੋਂ ਪਾਸੇ ਨਹੀਂ ਹੁੰਦੀ। ਔਰ ਸਤਿਗੁਰਾਂ ਨੇ ਇਹ ਕੁਦਰਤ ਦੇ ਰਹੱਸ ਨੂੰ, ਕੁਦਰਤ ਦੀ ਸ਼ਕਤੀ ਨੂੰ, ਕੁਦਰਤ ਦੇ ਇਸ ਬਲਹਾਰੇ ਜਾਂਦਿਆਂ ਕਿ ਹੇ ਕੁਦਰਤ, ਤੇਰਾ ਸਾਰਾ ਕੁਝ ਇੱਕ ਨਿਯਮ ਦੇ ਅਧੀਨ ਹੈ। ਤੇ ਜੇ ਮਨੁੱਖ ਵੀ ਇਸ ਤਰ੍ਹਾਂ ਆਪਣੇ ਜੀਵਨ ਦੀ ਨਿਯਮਾਵਲੀ ਬਣਾ ਲਵੇ ਤਾਂ ਕੁਦਰਤੀ ਆ ਉਸ ਮਨੁੱਖ ਦੀ ਜਿਹੜੀ ਸ਼ਕਤੀ ਹੈ ਜਾਂ ਉਹਦੀ ਜਿਹੜੀ ਜੀਵਨ ਜਾਚ ਹੈ ਉਹ ਸਮਾਜ ਵਾਸਤੇ ਮਾਡਲ ਹੋਏਗੀ। ਇਹਦੇ ਵਿੱਚ ਸਤਿਗੁਰਾਂ ਨੇ ਇਹ ਜਿਹੜਾ ਮਤਲਬ ਉਸ ਨਿਯਮ ਦੀ ਔਰ ਉਸ ਮਰਿਆਦਾ ਦਾ ਵਰਣਨ ਹੈ। ਅੱਗੇ ਹੈਗਾ ਰੱਬ ਦੀ ਰਾਸ ਪੈਂਦੀ ਆ ਪੌੜੀ 5ਵੀਂ ਦੇ ਵਿੱਚ। ਘੜੀਆਂ ਸਭੇ ਗੋਪੀਆਂ, ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ। ਇਹਦੇ ਵਿੱਚ ਘੜੀ ਜਿਹੜੀ ਹੈ ਉਹ ਮਿਣਤੀ ਦਾ ਜਿਹੜਾ ਸਮਾਂ ਉਹਦੇ ਬਾਰੇ ਗੱਲ ਕੀਤੀ ਆ। ਪੈਰ ਜਿਵੇਂ 8 ਪੈਰਾਂ ਦਾ ਦਿਨ ਤੇ ਰਾਤ ਹੈ, ਤੇ ਉਹ ਘੜੀਆਂ ਦੀ ਸਤਿਗੁਰੂ ਕਹਿੰਦੇ ਕਿ ਇਹ ਸਾਰੀਆਂ ਜਿਹੜੀਆਂ ਗੋਪੀ ਰੂਪ ਜਿਹੜੀਆਂ ਘੜੀਆਂ ਨੇ ਕੁਦਰਤ ਨੇ ਬਣਾਈਆਂ ਨੇ, ਤੇ ਪਹਿਰ ਤੇ ਇਹ ਸਾਰਾ ਕੁਝ ਵੀ ਉਹਦੀ ਮਿਣਤੀ ਹੈ। ਤੇ ਇਹ ਜਿਹੜੇ ਪੌਣ ਪਾਣੀ ਬਸੰਤਰ ਆ ਇਹ ਗਹਿਣੇ ਆ, ਤੇ ਚੰਦ ਸੂਰਜ ਦੇ ਅਵਤਾਰ ਨੇ। ਉਹ ਕਹਿੰਦੇ ਵੀ ਜਿਹੜੇ ਸੰਸਾਰੀ ਅਵਤਾਰ ਆਉਂਦੇ ਨੇ ਉਹ ਵੀ ਦੁਨੀਆ ਨੂੰ ਚਾਨਣ ਦਿੰਦੇ ਨੇ। ਤੇ ਸਤਿਗੁਰਾਂ ਨੇ ਇਹ ਜਿਹੜਾ ਨਾ ਕੁਦਰਤ ਦੀਆਂ ਇਹ ਸਮੁੱਚੇ ਵਜੂਦ ਨੂੰ ਇੱਕ ਨਵੇਂ ਪ੍ਰਕਰਨ ਦੇ ਵਿੱਚ ਪੇਸ਼ ਕੀਤਾ ਕਿ ਇਹ ਜਿਹੜਾ ਕੁਦਰਤ ਦਾ ਨਕਸ਼ਾ ਕਿਵੇਂ ਚਿਤਰਿਆ ਗਿਆ। ਇਹ ਸਾਰਾ ਇਹਦੇ ਵਿੱਚ ਰੂਪ ਹੈ। ਜਿਵੇਂ ਕਿਉਂਕਿ ਸਤਿਗੁਰਾਂ ਨੇ ਜਿੰਨੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਤੁਸੀਂ ਸ਼ਬਦ ਪੜ੍ਹੋਗੇ ਨਾ, ਜਿਵੇਂ ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਤੇ ਇਹ ਇਸ ਤਰ੍ਹਾਂ ਕਿਸਾਨ ਨੂੰ ਵੀ ਜੇ ਸਿੱਖਿਆ ਦੇਣੀ ਨਾ, ਤੇ ਉਹ ਕਹਿੰਦੇ ਮਨ ਹਾਲੀ, ਮਨ ਨੂੰ ਹਾਲੀ ਬਣਾ। ਤੂੰ ਤਾਂ ਬਲਦਾਂ ਦੀਆਂ ਜੋਗਾ ਵਾਹੁਣਾ ਫਿਰਦਾ ਨਾ। ਕਰਸਾਣੀ ਕਰਨੀ, ਆਪਣੀ ਕਰਨੀ ਦੀ ਕਰਸਾਨੀ ਕਰ। ਸਰਮ ਪਾਣੀ, ਮਿਹਨਤ ਦਾ ਪਾਣੀ ਲਾ।
ਤਨ ਨੂੰ ਖੇਤ ਬਣਾ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਵੀ ਤੂੰ ਇਹ ਜੱਟਪੁਣਾ ਤੇ ਤੂੰ ਕਰਦਾ ਆ ਰਿਹਾ ਬੜੇ ਚਿਰਾਂ ਦੇ ਉੱਤੋਂ। ਇਹ ਕਿਰਸਾਨੀ ਦੇ ਨਾਲ ਨਾਲ ਇੱਕ ਨਵਾਂ ਮੁਹਾਵਰਾ ਦਿੱਤਾ ਕਿ ਕਦੀ ਨਾਮ ਨੂੰ ਵੀ ਬੀਜਿਆ ਕਰ ਇਸ ਸਰੀਰ ਦੇ ਵਿੱਚ, ਤੇ ਸੰਤੋਖ ਦਾ ਸੁਹਾਗਾ। ਤੇ ਸੰਤੋਖ ਤੂੰ ਸੁਹਾਗਾ ਕਿਉਂਕਿ ਲੱਕੜ ਦਾ ਫੇਰਦੇ ਆ ਬੀਜ ਨੂੰ ਨੱਪਣ ਵਾਸਤੇ। ਤੇ ਕਹਿੰਦੇ ਜਦੋਂ ਨਾਮ ਜਪ ਕੇ ਬੰਦਾ ਸੰਤੋਖੀ ਹੋ ਜੇ ਨਾ, ਰੱਖ ਗਰੀਬੀ ਵੇਸ। ਉੱਥੇ ਗਰੀਬੀ ਦਾ ਮਤਲਬ ਹਲੀਮੀ, ਨਿਮਰਤਾ। ਤੇ ਕਹਿੰਦੇ ਇਹ ਕਦੀ ਇਹੋ ਜਿਹੀ ਕਿਰਸਾਨੀ ਵੀ ਕਰ। ਖਾਸ ਕਰਕੇ ਜਿਹੜਾ ਇਸ ਤਰ੍ਹਾਂ ਦਾ ਇੱਕ ਨਵੀਨ ਮੁਹਾਵਰਾ ਰੂਪ ਜਿਹੜਾ ਸਤਿਗੁਰਾਂ ਨੇ ਬਾਣੀ 'ਚ ਬੜੇ ਵਿਸਤਾਰ 'ਚ ਵਰਣਨ ਕੀਤਾ ਕਿ ਕੋਈ ਮਨੁੱਖ ਆਪਣਾ ਕਿੱਤਾ ਕਰਦਾ ਜਿਵੇਂ ਭਾਈ ਲਾਲੋ ਜੀ ਕਹਿੰਦੇ ਕਿੱਲੇ ਘੜ ਰਿਹਾ, ਸਤਿਗੁਰੂ ਕਹਿੰਦੇ ਕਿ ਸਾਰੀ ਉਮਰ ਕਿੱਲੇ ਹੀ ਘੜਦਾ ਰਹੇਗਾ ਕਿ ਮਨ ਵੀ ਘੜੇਗਾ। ਉੱਥੇ ਇੱਕ ਸੁਚੇਤਤਾ ਦਾ ਮੰਤਰ ਹੈਗਾ ਕਿ ਜਿਸ ਤਰ੍ਹਾਂ ਕਿੱਲੇ ਬੜੇ ਧਿਆਨ ਨਾਲ ਘੜਦਾ ਨਾ, ਇਸ ਤਰ੍ਹਾਂ ਮਨ ਵੀ ਕਿਤੇ ਆਪਣਾ ਬੜਾ ਸੁਚੇਤ ਹੋ ਕੇ ਘੜ। ਅੱਗੇ ਜਿਹੜੀ ਇਹ ਧਾਰਮਿਕ ਹਉਮੈ ਹੈ ਜਿਹੜੀ ਆ ਪੌੜੀ 6ਵੀਂ ਆ। ਮੁਸਲਮਾਨ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰੇ ਵਿਚਾਰ, ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੇਦਾਰ, ਹਿੰਦੂ ਸਾਲਾ ਹੀ ਸਲਾਨ ਦਰਸ਼ਨ ਰੂਪ ਪਾਰ। ਇਹ ਤਾਂ ਕਹਿੰਦੇ ਵੀ ਹਰ ਜਿਹੜਾ ਮਜ਼ਹਬ ਦਾ ਬੰਦਾ ਨਾ, ਉਹ ਆਪਣੇ ਧਰਮ ਦੀ ਗੱਲ ਦੂਸਰੇ ਤੇ ਠੋਸਣੀ ਚਾਹੁੰਦਾ। ਇਹ ਇੱਕ ਵਰਣਨ ਕੀਤਾ, ਪਰ ਇਹ ਜਿਹੜਾ ਕਿਸੇ ਤੇ ਜਬਰੀ ਜਿਹੜਾ ਕਿਸੇ ਤੇ ਧਰਮ ਕਿਸੇ ਨੇ ਸਖਤੀ ਨਾਲ ਠੋਸ ਕੇ ਉਹਨੂੰ ਧਰਮੀ ਨਹੀਂ ਬਣਾਇਆ ਜਾ ਸਕਦਾ। ਤੁਹਾਡੀ ਜਿਹੜੀ ਜੀਵਨ ਜਾਚ ਮਹਿਸੂਸ ਕਰਕੇ ਕੋਈ ਧਰਮੀ ਬਣੇ ਕਿ ਮੈਂ ਇਸ ਤਰ੍ਹਾਂ ਦਾ ਬਣਨਾ ਚਾਹੁੰਦਾ। ਸਾਡੀਆਂ ਵਰਤਮਾਨ ਸਮੱਸਿਆ ਇਹ ਹੈਗੀਆਂ, ਗਿਣਤੀ ਵਧਾਉਣ ਤੇ ਧਰਮ ਜਦ ਹੋ ਜਾਂਦੇ ਆ। ਇਹ ਅੰਗਰੇਜ਼ ਕਾਲ ਵਿੱਚ ਵੀ ਇਹੋ ਪ੍ਰੋਬਲਮ ਆਈ ਸੀ, ਜਦੋਂ ਕ੍ਰਿਸਚੈਨਿਟੀ ਨੇ ਬੜੇ ਕਿਸੇ ਨੂੰ ਕੰਬਲ ਦੇਤਾ, ਕਿਸੇ ਨੂੰ ਲਾਲਚ ਦੇਤਾ, ਕਿਸੇ ਨੂੰ ਵਿੱਦਿਆ ਦਾ ਲਾਲਚ ਦੇਤਾ। ਤੇ ਮੈਂ ਕਹਿੰਦਾ ਉਹਨਾਂ ਜਿਹੜਾ 5 ਕਿਲੋ ਚੌਲ ਲੈ ਕੇ ਧਰਮ ਬਦਲ ਜਾਂਦਾ ਨਾ, ਇਹ ਪੱਕਾ ਨਹੀਂ ਹੈਗਾ। ਜਦੋਂ ਇਹਨੂੰ ਕਿਸੇ ਨੇ ਆਟੇ ਦੀ ਬੋਰੀ ਨਾਲ ਦੇਤੀ, ਇਹਨੇ ਦੂਜੇ ਧਰਮ 'ਚ ਚਲਾ ਜਾਣਾ। ਜੇ ਤੁਸੀਂ ਕਹੋ ਨਾ ਵੀ ਇੱਕ ਕੰਬਲ ਦੇ ਕੇ ਧਰਮ ਬਦਲਾ ਲਿਆ, ਤੇ ਜਦੋਂ ਕਿਸੇ ਨੇ ਰਜਾਈ ਦੇਤੀ ਉੱਧਰ ਚਲਾ ਜਾਊਗਾ। ਇਹ ਧਰਮ ਨਹੀਂ ਹੁੰਦਾ। ਧਰਮ ਹੁੰਦਾ ਧਾਰਨ ਕਰਨਾ। ਤੇ ਜਿਹੜਾ ਲਾਲਚ ਵਿੱਚ ਧਰਮ ਕੋਈ ਬਣਾਉਂਦਾ, ਉਹ ਧਰਮ ਬਹੁਤੇ ਚੱਲਦੇ ਨਹੀਂ ਹੁੰਦੇ, ਕਿਉਂਕਿ ਉਹ 'ਚ ਜੀਵਨ 'ਤੇ ਕੋਈ ਫਰਕ ਨਹੀਂ ਪੈਂਦਾ। ਉਹ 'ਚ ਲਾਲਚ ਆ ਜਾਂਦੇ, ਸੌਦੇਬਾਜ਼ੀ ਹੋ ਜਾਂਦੀ ਆ। ਤੇ ਸੌਦੇਬਾਜ਼ੀਆਂ ਨਾਲ ਜਦੋਂ ਧਰਮ ਚੱਲਣਗੇ ਜਾਂ ਅਸੀਂ ਚਲਾਉਣ ਦੀ ਕੋਸ਼ਿਸ਼ ਕਰਾਂਗੇ, ਸੌਦੇਬਾਜ਼ੀਆਂ ਨਾਲ ਨਹੀਂ ਚੱਲਣਗੇ, ਗਿਆਨ ਨਾਲ ਚੱਲਣਗੇ। ਜਦੋਂ ਗਿਆਨ 'ਤੇ ਆ ਕੇ ਬੰਦਾ ਟਸ ਤੋਂ ਮਸ ਨਹੀਂ ਹੁੰਦਾ ਸੌਦੇਬਾਜ਼ੀਆਂ ਵਿੱਚ ਤੇ ਉਹ ਰੋਜ਼ ਬਦਲ ਸਕਦਾ। ਇਸ ਕਰਕੇ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ। ਉਹ ਇੱਕ ਬੰਦਾ ਉੱਥੇ ਦਾ ਉੱਥੇ ਹੀ ਰਹਿੰਦਾ ਹੁੰਦਾ ਤੇ ਇੱਕ ਸੌਦੇਬਾਜ਼ੀ ਚਲੀ ਜਾਂਦੀ ਹੈ। ਅੱਗੇ ਸਤਿਗੁਰਾਂ ਨੇ ਕਿਹਾ ਕਿ ਮਨੁੱਖ ਜਿਹੜਾ ਹੈ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੁਆ, ਕੇ ਬੰਦਾ ਸ੍ਰਿਸ਼ਟੀ 'ਤੇ ਆਇਆ ਇਹ ਆਪਣੇ ਹੰਕਾਰ ਵਿੱਚ ਔਰ ਹਉਮੈ ਵਿੱਚ ਔਰ ਮੈਂ ਮੇਰੀ ਵਿੱਚ ਆਇਆ। ਤੇ ਪਰ ਇਹਦਾ ਇੱਕ ਇਲਾਜ ਵੀ ਦੱਸਿਆ ਕਿ ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਦਨਾ ਫਿਰ ਜੂਨੀ ਪਾਏ, ਹਉਮੈ ਕਿੱਥੋਂ ਉਪਜੇ ਕਿਸ ਸੰਜਮੇ ਜਾਏ। ਸਤਿਗੁਰੂ ਕਹਿੰਦੇ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਨਾਲ ਕਹਿੰਦੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਣੋ ਇਤ ਸੰਜਮੇ ਜਾਏ। ਵੀ ਜਦੋਂ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਨਾ, ਜਦੋਂ ਬੰਦੇ ਨੂੰ ਆਪਣੇ ਸੱਚ ਦਾ ਗਿਆਨ ਹੁੰਦਾ, ਆਪਣੇ ਆਪ ਦਾ ਗਿਆਨ ਹੁੰਦਾ, ਇਹ ਜਿਹੜੀ ਮੈਂ ਮੇਰੀ ਹੈ ਉਸ ਸਮੇਂ ਬੰਦੇ ਦੇ ਅੰਦਰੋਂ ਜਾਂਦੀ ਹੈ। ਵੈਸੇ ਜਿਹੜੀ ਜਿਨ੍ਹਾਂ ਨੇ 5 ਸਾਡੇ ਵਿਕਾਰਾਂ ਦੀ ਵਿਆਖਿਆ ਕੀਤੀ, ਉਹ ਕਹਿੰਦੇ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇੱਕ ਕੁਦਰਤ ਦੀ ਦੇਣ ਹੈ, ਸਰੀਰ ਦੇ ਅੰਦਰ ਹੈ। ਇਹਨਾਂ ਨੂੰ ਪੋਜ਼ੀਟਿਵ ਰੂਪ ਵਿੱਚ ਲੈਣਾ ਕਿ ਕਾਮ ਸੰਸਾਰ ਦੀ ਪਦੈਸ਼ ਦਾ ਰੂਪ ਹੈਗਾ। ਇਹਨੂੰ ਬੇਲੋੜਾ ਬੇਸੰਜਮ ਨਹੀਂ ਹੋਣਾ, ਪਰ ਸੰਸਾਰ ਦੀ ਇਹ ਲੋੜ ਵੀ ਹੈ। ਤਾਂ ਕ੍ਰੋਧ ਨੂੰ ਤੁਸੀਂ ਆਤਮ ਵਿਸ਼ਵਾਸ 'ਚ ਬਦਲ ਸਕਦੇ ਹੋ। ਮੋਹ ਨੂੰ ਤੁਸੀਂ ਇੱਕ ਸੀਮਾ, ਮੋਹ ਤੋਂ ਬਿਨਾਂ ਤਾਂ ਬੰਦਾ ਧਰਮ ਵੀ ਨਹੀਂ ਪੜ੍ਹ ਸਕਦਾ, ਗੁਟਕਾ ਵੀ ਨਹੀਂ ਪੜ੍ਹ ਸਕਦਾ। ਮੋਹ ਦੀ ਇੱਕ ਸੀਮਾ ਤਾਂ ਰਹਿਣੀ ਚਾਹੀਦੀ ਹੈ। ਹੋਏਗੀ ਤੇ ਬੰਦਾ ਆਪਣਾ ਧਰਮ ਕਰਮ ਬੱਚੇ ਪਾਲੇਗਾ। ਇਸ ਲਈ ਜਿਹੜਾ ਹੰਕਾਰ ਆ ਉਹ ਵੀ ਸਵੈਮਾਨ ਦੇ ਵਿੱਚ ਬਦਲਿਆ ਜਾ ਸਕਦਾ, ਬੇਲੋੜਾ ਨਾ ਹੋਵੇ ਪਰ ਆਤਮ ਵਿਸ਼ਵਾਸ 'ਤੇ ਹੋਵੇ। ਇਸ ਕਰਕੇ ਜਿਹੜੀ ਇਹ 5 ਵਿਕਾਰਾਂ ਦੀ ਵਿਆਖਿਆ ਹੈਗੀ ਆ, ਇਹ ਕੁਦਰਤ ਦੀ ਦੇਣ ਹੈ, ਪਰ ਇਹਨੂੰ ਸੰਜਮ ਦੇ ਵਿੱਚ ਲਿਆਉਣਾ ਗੁਰਬਾਣੀ ਦਾ ਫਲਸਫਾ ਇਹ ਹੈਗਾ। ਮਾਰਨਾ ਇਹਨੂੰ ਜੜੋਂ ਕੋਈ ਨਹੀਂ ਮਾਰ ਸਕਦਾ, ਬਾਕੀ ਪਖੰਡ ਕਰਮ ਹੋਏਗਾ। ਇਹ ਮਰ ਨਹੀਂ ਸਕਦਾ। ਇਹ ਹੈਗਾ ਜਿਵੇਂ ਸੈਂਖੀਆ ਭਸਮ ਕਰਨਾ, ਸੋਨਾ ਭਸਮ ਕੀਤਾ, ਹਿਕਮਤ ਦਾ ਜਿਹੜਾ ਇੱਕ ਫਲਸਫਾ ਹੈਗਾ, ਉਹਦੇ 'ਚੋਂ ਮਾਰੂ ਚੀਜ਼ ਨੂੰ ਉਹਨੂੰ ਮਾਰਨਾ ਜਿਹੜੀ ਨੁਕਸਾਨਦੇਹ ਹੈ, ਪਰ ਜਿਹੜੀ ਸਰੀਰ ਦੀ ਲੋੜ ਆ ਉਹਨੂੰ ਰੱਖਣਾ ਵੀ ਹੈ। ਇਸ ਲਈ ਬਹੁਤ ਸਾਰੀਆਂ ਦਵਾਈਆਂ ਤੋਂ ਹੁਣ ਲੋਕੀ ਸੱਪਾਂ ਦੀਆਂ ਜ਼ਹਿਰਾਂ ਤੋਂ ਬਣ ਰਹੀਆਂ ਨੇ, ਤਾਂ ਉਹਨੂੰ ਵੀ ਦਵਾਈ ਦੇ ਤੌਰ ਤੇ ਵਰਤਿਆ ਜਾ ਸਕਦਾ। ਇਸ ਲਈ ਮਾਰਨ ਤੋਂ ਭਾਵ ਹੈਗਾ ਉਹ 'ਚੋਂ ਬੁਰਾਈ ਨੂੰ ਮਾਰਨਾ ਹੈਗਾ। ਅੱਗੇ ਪ੍ਰਭੂ ਦੀ ਵਡਿਆਈ ਹੈ ਪੌੜੀ ਦੇ ਵਿੱਚ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਇਹ ਸਮੁੱਚਾ ਜਿਹੜਾ ਦੀਪਾਂ ਲੋਆਂ ਖੰਡਲਾਂ ਵੰਡਾਂ ਬਰਭੰਡਾਂ, ਇਹ ਸਾਰੇ ਜਿੰਨੇ ਖੰਡ ਬ੍ਰਹਿਮੰਡ, ਇਹ ਦੀਪ ਲੋ, ਇਹਦੀ ਗਿਣਤੀ ਕਰਕੇ ਕਿਹਾ ਕਿ ਇਹਦੇ ਵਿੱਚ ਜਿਹੜਾ ਪ੍ਰਭੂ ਦੀ ਵਡਿਆਈ ਉਹਨੇ ਇੰਨਾ ਕੁਝ ਸਿਰਜਿਆ ਔਰ ਉਹਦੀ ਬਖਸ਼ਿਸ਼ ਹੈ।
ਅੱਗੇ ਅੱਗੇ ਪੰਡਤਾਈ ਦਾ ਹੰਕਾਰ ਹੈ ਜਿਹੜਾ ਆਉਂਦਾ ਨਾ ਸਾਨੂੰ ਸਾਰਿਆਂ ਨੂੰ ਯਾਦ ਹੋਣਾ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਪੜੀਏ ਜਿੱਤੇ ਬਰਸ ਬਰਸ, ਪੜੀਏ ਜਿੱਤੇ ਮਾਸ, ਪੜੀਏ ਜਿੱਤੀ ਆਰਜਾ, ਪੜੀਏ ਜਿੱਤੇ ਸਾਸ, ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਝਖਣਾ ਚਾਕ। ਸਤਿਗੁਰੂ ਕਹਿੰਦੇ ਆ ਕਿ ਬੰਦਾ, ਕਿਉਂਕਿ ਉਸ ਸਮੇਂ ਵੀ ਕਈ ਨਾ ਊਠ ਲੱਦ ਕੇ, ਗੱਡੇ ਲੱਦ ਕੇ ਕਿਤਾਬਾਂ ਦੇ ਤੁਰੇ ਫਿਰਦੇ ਸਨ ਬਹਿਸ ਵਾਸਤੇ। ਜਨਮ ਸਾਖੀ ਵਿੱਚ ਆਉਂਦਾ ਊਠ ਭਰਿਆ ਹੋਇਆ ਪੁਸਤਕਾਂ ਦਾ, ਪੰਡਤ ਜੀ ਗੋਸ਼ਟੀ ਕਰਨ ਆ ਗਏ। ਸਤਿਗੁਰੂ ਕਹਿੰਦੇ ਵੀ ਇਹ ਜਿਹੜੇ ਊਠ ਲੱਦੀ ਫਿਰਦੇ ਹੋ ਨਾ, ਇਹ ਤਾਂ ਇੱਕ ਹੰਕਾਰ ਦੀ ਪੰਡ ਤੁਸੀਂ ਲੱਦੀ ਫਿਰਦੇ ਹੋ, ਤੇ ਇੱਕ ਗੱਲ ਲੇਖੇ ਹੈਗੀ ਆ, ਬਾਕੀ ਸਭ ਹੰਕਾਰ ਦੇ ਪੱਠੇ ਹੈ। ਔਰ ਇਹਦੇ ਬਾਰੇ ਖਾਸ ਕਰਕੇ ਭਾਈ ਵੀਰ ਸਿੰਘ ਜੀ ਦੇ ਇੱਕ ਬੜਾ ਪਿਆਰੀ ਟੂਕ ਹੈਗੀ ਆ ਕਿ ਸਿਰ ਕਚਕੌਲ ਬਣਾ ਹੱਥ ਲੀਤਾ, ਪੜਿਆਂ ਦੁਆਰੇ ਫਿਰਿਆ। ਕਚਕੌਲ ਕਹਿੰਦੇ ਨੇ ਆ ਬਰਤਨ ਨੂੰ, ਜਿਹੜਾ ਮੰਗਤਿਆਂ ਕੋਲੇ ਬਰਤਨ ਹੁੰਦਾ। ਕਹਿੰਦੇ ਸਿਰ ਕਚਕੌਲ ਬਣਾ ਹੱਥ ਲੀਤਾ, ਪੜਿਆਂ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁੰਨ ਤੁੰਨ ਕੇ ਫਿਰ ਭਰਿਆ, ਪੜਿਆ ਵੇਖ ਆਫਰਿਆ, ਮੈਂ ਤਾਂ ਜਾਣੀ ਪੰਡਤ ਹੋਇਆ, ਟਿਕੇ ਨਾ ਪੈਰ ਜ਼ਮੀਨ ਤੇ ਮੇਰਾ ਉੱਚਾ ਹੋ ਫਿਰ ਟੁਰਿਆ। ਭਾਈ ਵੀਰ ਸਿੰਘ ਨੇ ਬੜਾ ਸੋਹਣਾ ਪ੍ਰਕਰਨ, ਬੰਦੇ ਨੇ ਸਿਰ ਨੂੰ ਕਚਕੌਲ ਬਣਾ ਲਿਆ, ਉਹ ਪੜਿਆਂ ਦੇ ਦੁਆਰੇ ਫਿਰਿਆ, ਬੜਾ ਕੁਝ ਮੰਗ ਮੰਗ ਕੇ ਪੜ ਪੜ ਕੇ ਪਾ ਲਿਆ, ਫਿਰ ਧਰਤੀ ਤੋਂ ਪੈਰ ਉੱਚੇ ਕਰ ਲਏ ਵੀ ਬਹੁਤ ਪੜ ਗਿਆ। ਫਿਰ ਕਹਿੰਦਾ ਇੱਕ ਦਿਨ ਇਹ ਕਚਕੌਲ ਲੈ ਗਿਆ ਮੁਰਸ਼ਿਦ ਅੱਗੇ ਧਰਿਆ। ਆਂਦਾ ਮੈਂ ਫਿਰ ਜਦੋਂ ਦਿਮਾਗੀ ਉਹਨੇ ਵਰਜਿਸ਼ ਦੱਸੀ ਨਾ, ਮੈਂ ਆਹ ਵੀ ਪੜ੍ਹ ਲਿਆ, ਆਹ ਵੀ ਪੜ੍ਹ ਲਿਆ, ਉਹਨੇ ਆਪਦੇ ਗੁਰੂ ਨੂੰ ਦੱਸਿਆ। ਆਂਦਾ ਇੱਕ ਦਿਨ ਇਹ ਕਚਕੌਲ ਲੈ ਗਿਆ ਮੁਰਸ਼ਿਦ ਅੱਗੇ ਧਰਿਆ, ਆਂਦਾ ਝੂਠ ਝੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ। ਉਹ ਕਹਿੰਦਾ ਭਲਿਆ ਮਾਨਸਾ ਸਾਰੀ ਝੂਠ ਇਕੱਠੀ ਕਰੀ ਫਿਰਦਾ, ਮਲ ਮਲ ਕੇ ਫਿਰ ਧੋਤਾ ਉਸ ਨੂੰ ਮੈਲ ਇਲਮ ਦੀ ਲਾਈ, ਵੇਖੋ ਇਹ ਕਚਕੌਲ ਲਿਸ਼ਕਿਆ ਕਮਲ ਵਾਂਗ ਫਿਰ ਖਿੜਿਆ। ਕਹਿੰਦੇ ਫਿਰ ਜਿਹੜੀ ਇਲਮ ਦੀ ਮੈਲ ਆ ਨਾ, ਕਈ ਵਾਰੀ ਇਲਮ ਵੀ ਹਉਮੈ ਬਣ ਜਾਂਦਾ, ਕਈ ਵਾਰੀ ਇਲਮ ਵੀ ਸਿਰਦਰਦੀ ਬਣ ਜਾਂਦਾ। ਆਹ ਜਿਹੜੀ ਬਹੁਤੀ ਇਨਫੋਰਮੇਸ਼ਨ ਆ ਨਾ ਸੋਸ਼ਲ ਮੀਡੀਆ ਦੀ, ਕਈਆਂ ਨੇ ਇਹਨੂੰ ਬਿਮਾਰ ਕਰ ਦਿੱਤਾ, ਕਿਉਂਕਿ ਹਰ ਬੰਦਾ ਹੀ ਵੈਦ ਬਣਿਆ ਬੈਠਾ। ਕੋਈ ਕਹਿੰਦਾ ਜੀ ਸਵੇਰੇ ਗੰਢਿਆਂ ਦਾ ਪਾਣੀ ਪੀ ਲਿਆ ਕਰੋ, ਸ਼ਾਮੀ ਅਦਰਕ ਦਾ। ਇਹ ਪੁੱਛਦੇ ਨਹੀਂ ਵੀ ਤੈਨੂੰ ਹੋਰ ਰੋਗ ਕਿਹੜੇ ਨੇ। ਕਈਆਂ ਲਈ ਉਹੋ ਹੀ ਚੀਜ਼ਾਂ ਨੁਕਸਾਨਦੇਹ ਬਣ ਜਾਂਦੀਆਂ ਨੇ। ਹੁਣ ਸ਼ੂਗਰ ਵਾਲੇ ਨੂੰ ਤੁਸੀਂ ਗੁੜ ਦਾ ਰਸ ਕੱਢ ਕੱਢ ਪਿਆਈ ਜਾਓਗੇ, ਹੋਰ ਬਿਮਾਰ ਹੋ ਜਾਏਗਾ। ਸਾਡੇ ਕੀ ਹੈ ਕਿ ਹਰ ਬੰਦਾ ਸੋਸ਼ਲ ਮੀਡੀਆ 'ਤੇ ਗਿਆਨ ਠੋਸਿਆ ਜਾ ਰਿਹਾ। ਔਰ ਇਹ ਜਿਹੜਾ ਇਲਮ ਆ ਇਹ ਬੜਾ ਖਤਰਨਾਕ ਹੁੰਦਾ, ਕਿਉਂਕਿ ਅਕਲ ਤੋਂ ਬਿਨਾਂ ਹੈਗਾ, ਔਰ ਇਹ ਕਈਆਂ ਨੂੰ ਬਿਮਾਰ ਕਰੀ ਬੈਠਾ। ਔਰ ਜਿਹੜੀ ਮਾਨਸਿਕ ਰੋਗ ਇਸ ਲਈ ਵੱਧ ਗਏ ਆ, ਬੰਦੇ ਕੋਲ ਜਿਹੜੀ ਛੋਟੀ ਛੋਟੀ ਇਨਫੋਰਮੇਸ਼ਨ ਆ ਅਧੂਰੀ ਹੈ, ਔਰ ਜਿਹੜੀ ਅਧੂਰੀ ਜਾਣਕਾਰੀ ਹੈ ਇਹ ਨੀਮ ਹਕੀਮ ਖਤਰਾ ਜਾਣ ਵਾਲਾ ਰੂਪ ਬਣ ਜਾਂਦਾ। ਜਿਹੜਾ ਥੋੜ੍ਹਾ ਗਿਆਨ ਆ ਇਹ ਖਤਰਨਾਕ ਸਰੀਰ ਵਾਸਤੇ ਬਣ ਜਾਂਦਾ। ਇਸ ਲਈ ਬੰਦਾ ਬੇਲੋੜੀਆਂ ਪਰੇਸ਼ਾਨੀਆਂ ਵਿੱਚ ਚਲਾ ਜਾਂਦਾ। ਸਤਿਗੁਰਾਂ ਨੇ ਇੱਥੇ ਇਹ ਚਿਤਵਿਆ ਕਿ ਇਹ ਸਾਰਾ ਜਿਨਾ ਬਹੁ ਤੀਰਥ ਭਇਆ ਤੇ ਤੋ ਲਵਿਆ, ਬਹੁ ਭੇਖ ਕੀਆ ਦੇਹ ਦੁੱਖ ਦੀਆ, ਸੋਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ। ਇਹ ਸਾਰਾ ਪ੍ਰਕਰਨ ਹੈਗਾ ਕਿ ਕੋਈ ਅੰਨ ਛੱਡ ਕੇ ਭੋਜਨਾਂ ਦੇ ਸਵਾਦ ਤੇ ਅੱਗੇ ਬੈਠਾ, ਕੋਈ ਭਟਕ ਕੇ ਕਹਿੰਦਾ ਮੈਂ ਇੰਨੇ ਤੀਰਥਾਂ ਤੇ ਇਸ਼ਨਾਨ ਕਰ ਲਿਆ, ਤੇ ਇਹ ਇੱਕ ਕੇਵਲ ਜਿਹੜੀਆਂ ਮਨ ਦਾ ਬੋਝ ਇਕੱਠਾ ਕਰ ਲਿਆ, ਪਰ ਇਹਦੇ ਵਿੱਚੋਂ ਖੱਟਿਆ ਖਟਾਇਆ ਕੁਛ ਵੀ ਨਾ। ਅੱਗੇ ਸਤਿਗੁਰਾਂ ਨੇ ਜੀਵਨ ਦਾ ਸੱਚ ਦਿੱਤਾ, ਜਿਹੜਾ ਮੈਂ ਕਹਿ ਲੈਣਾ ਪਹਿਲਾਂ ਸੀ ਸੱਚੇ ਇਹ ਜੱਗ ਸੱਚੇ ਕੀ ਹੈ ਕੋਠੜੀ। ਹੁਣ ਸਤਿਗੁਰੂ ਇਸੇ ਵਾਰ ਦੇ ਵਿੱਚ ਕਹਿੰਦੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ। ਇੱਥੇ ਆ ਕੇ ਕੂੜ ਉਹ ਹੈ ਜੋ ਸਾਡਾ ਦਿਸਦਾ ਸੰਸਾਰ ਹੈ, ਜਿਹਦੇ ਵਿੱਚ ਰਾਜਾ ਜਿਹੜਾ ਹੈ ਉਹ ਇੱਕ ਸੀਮਾ ਤੱਕ ਰਾਜਾ ਹੈ, ਉਹਦੀ ਬਹੁਤ ਲੰਬੇ ਚਿਰ ਦੀ ਰਾਜਪੁਣਾ ਨਹੀਂ ਹੈ, ਉਹ ਕੂੜ ਹੈ, ਕਿਉਂਕਿ ਉਹ 5-10 ਸਾਲ ਲਈ ਰਾਜਾ ਹੋਏਗਾ। ਇਹ ਜਿਹੜਾ ਸੋਇਨਾ ਰੂਪਾ ਪਹਿਨਣ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੇ ਨਿਉ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣਹਾਰ। ਇਹ ਚੱਲਣਹਾਰ ਜੱਗ ਨੂੰ ਕੂੜ ਕਿਹਾ ਹੈਗਾ, ਪਰ ਜਿਹੜਾ ਬਾਕੀ ਬ੍ਰਹਿਮੰਡ ਆ ਉਹ ਸੱਚ ਹੈਗਾ। ਇਸ ਲਈ ਇੱਥੇ ਪਹਿਲਾਂ ਸੱਚ ਦੀ ਗੱਲ ਆਈ ਆ ਔਰ ਹੁਣ ਕੂੜ ਦੀ ਆ ਗਈ ਆ। ਉਹ ਕੂੜਾ ਨਾਸ਼ਮਾਨਤਾ ਦਾ ਜਿਹੜਾ ਰੂਪ ਦਿੱਤਾ ਹੋਇਆ। ਅੱਗੇ ਹੈਗੀ ਆ 11ਵੀਂ ਪੌੜੀ ਕਿ ਸੱਚ ਦਾ ਜੇ ਕਾਲ ਪੈ ਜਾਵੇ ਤਾਂ ਕੀ ਹੁੰਦਾ। ਸੱਚ ਕਾਲ ਕੂੜ ਵਰਤਿਆ ਕੱਲ ਕਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ। ਸਤਿਗੁਰੂ ਕਹਿੰਦੇ ਕਿ ਜਦੋਂ ਕੂੜ ਵਰਤਦਾ ਨਾ ਤਾਂ ਉਸ ਸਮੇਂ ਸਮਾਜ ਬੇਤਾਲਾ ਹੋ ਜਾਂਦਾ, ਤਾਲ ਤੋਂ ਖੁੰਝ ਜਾਂਦਾ, ਅਤੇ ਜਿਹੜੇ ਤਾਂ ਬੀਜ ਬੀਜਦੇ ਹੈ ਉਹ ਤਾਂ ਪੱਤ ਸਿਓ ਜਾਂਦੇ ਹੈ, ਪਰ ਜਿਹੜੇ ਕੋਈ ਦਾਲ ਬੀਜਣ ਦੀ ਦਾਲ ਹੁੰਦਾ ਦਵੈਤ ਭਾਵਨਾ, ਕਿਉਂਕਿ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਹੈ ਇੱਕ ਓਅੰਕਾਰ ਹੈ, ਅਤੇ ਜਿਹਦਾ ਇੱਕ ਦੇ ਉੱਤੇ ਭਰੋਸਾ ਹੈ ਨਿਰਭਉ ਨਿਰਵੈਰ ਦੇ ਉੱਤੇ, ਉਹਦੀ ਸੋਚ ਵਿੱਚ ਤੇ ਜਿਹੜੀ ਦਾਲ ਦਵੈਤ ਭਾਵਨਾ ਵੀ ਹੋ ਸਕਦਾ ਕੋਈ ਹੋਰ ਵੀ ਹੋਵੇ। ਇਸੇ ਲਈ ਜਿਹੜੀ ਦਾਲ ਦੀ ਹੈ ਫਿਲਾਸਫੀ ਹੈ ਕਿ ਦਾਲ ਨਹੀਂ ਕਦੇ ਉਗਦੀ ਬੀਜ ਉਗਦਾ, ਅਤੇ ਇਸ ਲਈ ਇਹਨੂੰ
ਆਪਣੀ ਸੋਚ ਨੂੰ ਦਵੈਤ ਭਾਵਨਾ 'ਚ ਨਹੀਂ ਲਿਜਾਣਾ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਬਾਣੀ ਵੀ ਇੱਕ ਆ, ਗੁਰੂ ਵੀ ਇੱਕ ਆ, ਸ਼ਬਦ ਵਿਚਾਰ ਵੀ ਇੱਕ ਹੈ। ਸਤਿਗੁਰਾਂ ਨੇ ਦ੍ਰਿੜ ਕਰਵਾਇਆ ਕਿ ਦਵੈਤ ਭਾਵਨਾ ਨੂੰ ਛੱਡ ਕੇ ਬੀਜ ਰੂਪ ਦੇ ਨਾਲ ਜੁੜਨਾ। ਅੱਗੇ ਮਨਮੁਖ ਦੀ ਜਿਹੜੀ ਹੈ ਉਹ ਸਮਾਂ ਵੰਡਿਆ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਓ, ਜੁਗ ਜੁਗ ਫੇਰ ਵਟਾਈਆ, ਗਿਆਨੀ ਬੁੱਝੈ ਤਾਹੇ। ਇਹ ਸਤਯੁਗ ਦੀ, ਕਲਯੁਗ ਦੀ, ਤ੍ਰੇਤੇ ਦੀ, ਦੁਆਪਰ ਦੀ ਉਦਾਹਰਨ ਦੇ ਕੇ ਕਿ ਸਤਯੁਗ ਦੇ ਵਿੱਚ ਸੰਤੋਖ ਦਾ ਰਸ ਹੈਗਾ, ਫਿਰ ਤ੍ਰੇਤੇ ਵਿੱਚ ਕੀ ਹੈ, ਫਿਰ ਦੁਆਪਰ ਵਿੱਚ ਕੀ ਹੈ, ਫਿਰ ਕੂੜ ਦੇ ਵਿੱਚ ਕੂੜ ਅੱਗੇ ਰਥਵਾਓ। ਜੇ ਇੱਕ ਰਥ ਹੈ ਤੇ ਇੱਕ ਰਥਵਾਈ ਹੈ। ਰਥ ਉੱਥੇ ਬੋਡੀ ਨੂੰ ਮੰਨਿਆ ਗਿਆ ਤੇ ਰਥਵਾਈ ਉਹਦੇ ਮਨ ਨੂੰ ਮੰਨਿਆ ਗਿਆ। ਅਸਲ ਵਿੱਚ ਸਾਡਾ ਵੀ ਰਥ ਤੇ ਰਥਵਾ ਯੁੱਗ ਕੋਈ ਵੀ ਹੋਵੇ, ਕਿਉਂਕਿ ਬਾਣੀ ਸਰਬਕਾਲੀ ਹੈ। ਅੱਗੇ ਅਸੀਂ ਗੱਲ ਕਰ ਰਹੇ ਸਾਂ ਕਿ ਇਹਦੀ ਜਿਹੜੀ ਵਿਆਖਿਆਕਾਰੀ ਹੈ ਸਮੇਂ ਦੇ ਸੰਦਰਭ ਦੇ ਵਿੱਚ ਸਮਝਾਉਣ ਵਾਸਤੇ ਕੁਝ ਵਿਆਖਿਆਕਾਰ 'ਤੇ ਨਿਰਭਰ ਕਰਦੀ ਹੈ। ਪਰ ਅੱਜ ਤੋਂ 500 ਸਾਲ ਪਹਿਲਾਂ, ਹਜ਼ਾਰਾਂ ਸਾਲ ਪਹਿਲਾਂ ਵੀ ਸਰੀਰ ਦਾ ਰਥ ਚੱਲਦਾ ਅਤੇ ਜਿਹੜਾ ਉਹਦੀ ਸੋਚ ਆ, ਉਹਦਾ ਮਨ ਆ, ਉਹ ਰਥਵਾਈ ਬਣ ਕੇ ਉਸ ਬੋਡੀ ਨੂੰ ਇਸ ਸੰਸਾਰ ਵਿੱਚ ਇਹਦੀ ਯਾਤਰਾ ਕਰਾਉਂਦਾ। ਚਾਹੇ ਉਹ 70, 80, 90, 100 ਸਾਲ ਜਿੰਨੀ ਸਰੀਰ ਦੀ ਯਾਤਰਾ ਹੈ, ਜਾਂ ਲੋਕ ਤੋਂ ਪਰਲੋਕ ਵੱਲ, ਜਾਂ ਆਤਮਾ ਪਰਮਾਤਮਾ ਦੇ ਸੁਮੇਲ ਵੱਲ। ਅਤੇ ਇੱਥੇ ਅੱਜ ਦੇ ਯੁੱਗ ਵਿੱਚ ਵੀ ਔਰ ਆਉਣ ਵਾਲੇ ਸਮੇਂ ਵਿੱਚ ਵੀ ਸਰੀਰ ਨੇ ਰਥ ਹੀ ਰਹਿਣਾ ਅਤੇ ਮਨ ਨੇ ਰਥਵਾਈ ਰਹਿਣਾ। ਭਾਵੇਂ ਦੁਨੀਆ ਚੰਦਰਮਾ 'ਤੇ ਚਲੀ ਜਾਵੇ, ਕੰਪਿਊਟਰ ਯੁੱਗ ਹੋਰ ਵਾਧਾ ਜੋ ਵੀ ਹੋ ਜੇ। ਜਿਵੇਂ ਸਤਿਗੁਰੂ ਕਹਿੰਦੇ ਨਾ, ਪਰਮਾਣੂ ਪ੍ਰਜੰਤ ਕਸ਼ ਹੈ ਦੀਪ ਲੋ ਸਖੰਡਣੇ, ਗਸ਼ੇਣ ਨੈਣ ਭਰੇਣ ਨਾਨਕ ਬਿਨ ਸਾਧੂ ਨਾ ਸਿੱਧ। ਤੇ ਕਹਿੰਦੇ ਵੀ ਭਾਵੇਂ ਅਣੂ ਬਣ ਕੇ ਬੰਦਾ ਖੰਡਾਂ ਬ੍ਰਹਿਮੰਡਾਂ 'ਚੋਂ ਘੁੰਮ ਆਵੇ, ਪਰ ਬਿਨ ਸਾਧੂ ਨਾ ਸਿੱਧ। ਤੇ ਸਾਧੂ ਤੋਂ ਬਿਨਾਂ, ਜਿਨ੍ਹਾਂ ਨੇ ਆਪਣਾ ਸਾਧਿਆ ਹੋਇਆ ਜੀਵਨ, ਉਹਦੇ ਤੋਂ ਬਿਨਾਂ ਸ਼ਾਂਤੀ ਫੇਰ ਨਹੀਂ ਪ੍ਰਾਪਤ ਹੋਏਗੀ। ਬੰਦਾ ਭਾਵੇਂ ਖੰਡਾਂ ਬ੍ਰਹਿਮੰਡਾਂ ਦੀ ਯਾਤਰਾ ਕਰਿਆ ਆਵੇ, ਭਾਵੇਂ ਅਣੂ ਬਣ ਕੇ ਦੁਨੀਆ ਘੁੰਮ ਆਵੇ, ਤਾਂ ਜਿਹੜਾ ਸਾਧੇ ਹੋਏ ਲੋਕਾਂ ਦੀ ਸੰਗਤ ਤੋਂ ਬਿਨਾਂ ਸ਼ਾਂਤੀ ਫੇਰ ਵੀ ਨਹੀਂ ਪ੍ਰਾਪਤ ਹੋਏਗੀ। ਅੱਗੇ 14ਵੀਂ ਪੌੜੀ ਹੈਗੀ ਆ, ਉਹੀ ਸਿਮਲ ਰੁੱਖ ਜਿਹੜਾ ਸਤਿਗੁਰਾਂ ਦਿੱਤਾ। ਸਿਮਲ ਰੁੱਖ ਸਰੈਰਾ ਅਤ ਦੀਰਗਦ ਮੁੱਛ, ਓਏ ਜੇ ਆਵੇ ਆਸ ਕਰ ਜਾਏ ਨਰਾ। ਓਏ ਦਾ ਪੰਛੀਆਂ ਨੂੰ ਕਿਹਾ ਵੀ ਜਿਹੜਾ ਸਿਮਲ ਦਾ ਰੁੱਖ ਹੁੰਦਾ ਨਾ, ਤੀਰ ਵਾਖਣ ਸਿੱਧਾ ਹੁੰਦਾ। ਅਤੇ ਇਹ ਜੇ ਪੰਛੀ ਆਸ ਕਰਕੇ ਆਉਂਦੇ ਆ, ਉਹ ਸਾਰੇ ਵਿਚਾਰੇ ਨਿਰਾਸ਼ ਮੁੜਦੇ ਆ। ਕਿਉਂ ਮੁੜਦੇ ਆ? ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇ ਪੱਤ। ਕਹਿੰਦੇ ਨਾ ਇਹਦੇ ਫਲ ਖਾਣ ਯੋਗ ਨੇ, ਨਾ ਇਹਦੇ ਫੁੱਲ ਕਿਸੇ ਕੰਮ ਦੇ ਨੇ। ਫਿਰ ਸਤਿਗੁਰੂ ਕਹਿੰਦੇ ਮਿੱਠਤ ਨੀ ਵੀ ਨਾਨਕਾ ਗੁਣ ਚੰਗਿਆਈਆਂ ਤੱਤ। ਇਹ ਸਾਡਾ ਲੋਕ ਮੁਹਾਵਰਾ ਵੀ ਬਣ ਗਿਆ ਕਿ ਜਿਹੜੀਆਂ ਚੰਗਿਆਈਆਂ ਦਾ ਤੱਤ ਕੀ ਆ? ਮਿੱਠਤ ਅਤੇ ਨਿਮਰਤਾ। ਤਾਂ ਮੈਂ ਜਿਹੜਾ ਕਹਿੰਦਾ ਨਹੀਂ, ਉਹਨਾਂ ਨੇ ਆਪਣੇ ਦਰਵਾਜ਼ੇ 'ਤੇ ਸਿਮਲ ਦਾ ਰੁੱਖ ਲਾਇਆ ਹੋਇਆ। ਉਹਦਾ ਕਾਰਨ ਇਹ ਹੈਗਾ ਕਿ ਆਉਂਦਾ ਜਾਂਦੇ ਬੰਦੇ ਨੂੰ ਪਤਾ ਹੋਵੇ ਵੀ ਇਹ ਐਡਾ ਵੱਡਾ ਹੋਣ ਦੇ ਬਾਵਜੂਦ ਵੀ ਇਹਦਾ ਫਾਇਦਾ ਫੂਦਾ ਕੋਈ ਨਹੀਂ ਹੈਗਾ। ਨਾ ਕੋਈ ਇੱਥੇ ਪੰਛੀ ਬਹਿੰਦਾ, ਅਤੇ ਜਿਹੜੇ ਰੁੱਖ 'ਤੇ ਪੰਛੀ ਨਹੀਂ ਬਹਿੰਦਾ ਇਹ ਵੀ ਇੱਕ ਬਦਸੀਸ ਹੀ ਹੈਗੀ ਆ। ਨਹੀਂ ਤਾਂ ਪੰਛੀ ਚਹਿਲ ਪਹਿਲ ਕਰਦੇ ਨੇ ਰੁੱਖਾਂ ਦੇ ਉੱਤੇ ਆ ਕੇ, ਤਾਂ ਇਹ ਉਹਦੀ ਕੋਈ ਵੀ ਲੋੜ ਪੂਰੀ ਨਹੀਂ ਕਰਦਾ। ਇਸ ਕਰਕੇ ਸਿਮਲ ਦਾ ਰੁੱਖ ਜਿਹੜਾ ਇਹ ਸਤਿਗੁਰਾਂ ਨੇ ਉਦਾਹਰਨ ਦੇ ਕੇ ਮਾਨਵਤਾ ਨੂੰ ਸੁਚੇਤ ਕਰਦਿਆਂ ਉਹਨਾਂ ਨੂੰ ਸਹੀ ਰਾਹ 'ਤੇ ਤੋਰਨ ਦਾ ਇੱਕ ਜਾਂਚ ਦੱਸੀ ਹੈ। ਅੱਗੇ ਪਖੰਡ ਕਰਮ ਦਾ ਤਿਆਗ ਹੈ, ਜਿਹੜਾ ਸਾਡਾ ਪ੍ਰਚਲਿਤ ਹੈ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ। ਇਹਦੇ ਵਿੱਚ ਸਤਿਗੁਰਾਂ ਨੇ ਫੇਰ ਜਿਹੜਾ ਪ੍ਰਚਲਿਤ ਧਰਮ ਦੀ ਮਰਜ਼ਾਦਾ ਹੈ ਉਹਦੇ 'ਤੇ ਆਲੋਚਨਾ ਨਹੀਂ ਹੈ, ਉਹਨੂੰ ਰੱਦ ਨਹੀਂ ਕੀਤਾ। ਸਾਡੇ ਦੋ ਧਰਾਵਾਂ ਚੱਲਦੀਆਂ ਨੇ। ਕੁਝ ਵਿਚਾਰਕ ਕਹਿਣਗੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਸਤਿਗੁਰਾਂ ਨੇ ਇਨਕਾਰ ਨਹੀਂ ਕੀਤਾ। ਸਤਿਗੁਰਾਂ ਨੇ ਕਿਹਾ ਜੀ ਇਹੋ ਜਿਹਾ ਹੈਗਾ ਤਾਂ ਮੈਨੂੰ ਦੇ ਦਿਓ, ਜਿਹਦੇ ਵਿੱਚ ਦਇਆ ਰੂਪੀ ਕਪਾਹ ਹੋਵੇ, ਸੰਤੋਖ ਰੂਪੀ ਸੂਤ ਹੋਵੇ, ਜਤ ਦੀਆਂ ਗੰਢਾਂ ਹੋਣ, ਸੱਤ ਦੇ ਵੱਟ ਹੋਣ। ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਇਹ 'ਚ ਇਨਕਾਰ ਨਹੀਂ ਹੈਗਾ। ਕਹਿੰਦੇ ਜੇ ਇਹੋ ਜਿਹਾ ਹੈਗਾ ਤੇ ਮੈਂ ਪਾਉਣ ਨੂੰ ਤਿਆਰ ਹਾਂ, ਪਰ ਇਹ ਹੈ ਨਹੀਂ, ਇੱਕ ਵੱਖਰੀ ਗੱਲ ਹੈਗੀ ਆ। ਇਹਦਾ ਮਤਲਬ ਇਹੋ ਵੀ ਹਰ ਯੁੱਗ ਦੇ ਵਿੱਚ ਜੇ ਮਤਲਬ ਜਿਹੜਾ ਧਾਰਮਿਕ ਜਿਹੜੇ ਚਿੰਨ੍ਹ ਨੇ, ਜੇਕਰ ਉਹਨਾਂ ਦੇ ਵਿੱਚੋਂ ਸਿੱਖਿਆ ਗਾਇਬ ਹੋ ਜਾਏਗੀ, ਜੇ ਜੀਵਨ ਜਾਚ ਗਾਇਬ ਹੋ ਜਾਏਗੀ, ਤਾਂ ਉਹ ਹਰ ਯੁੱਗ ਦੇ ਵਿੱਚ ਇਹਦੀ ਵਿਆਖਿਆਕਾਰੀ ਇਵੇਂ ਰਹੇਗੀ ਕਿ ਅਸਲ ਵਿੱਚ ਮਨੁੱਖ ਦੇ ਵਿੱਚ ਇਹ ਗੁਣ ਹੋਣੇ ਚਾਹੀਦੇ ਨੇ, ਔਰ ਉਹਨਾਂ ਨੂੰ ਰੱਦ ਨਹੀਂ ਕੀਤਾ। ਉਹ ਇੱਕ ਸੁਚੇਤਤਾ ਦਾ ਮੰਤਰ ਹੈਗਾ ਕਿ ਇਹਨਾਂ ਦੇ ਵਿੱਚ ਇਹ ਸਦੀਵ ਕਾਲ ਕਿਸੇ ਵੀ ਧਰਮ ਦੇ ਹੋਣ, ਉਹਦੇ ਵਿੱਚ ਗੁਣ ਹੋਣੇ ਜਿਹੜੇ ਆ ਜ਼ਰੂਰੀ ਆ। ਜੇ ਉਹ ਗੁਣ ਹੋਣਗੇ ਤਾਂ ਜਿਹੜੀ ਇਹ ਸ੍ਰਿਸ਼ਟੀ ਆ, ਇਹ ਸਮਾਜ ਆ, ਇਹ ਸੰਸਾਰ ਆ, ਇਹ ਸੁਹੰਡਣਾ ਬਣਿਆ ਰਹੇਗਾ। ਅੱਗੇ ਝੂਠਾ ਜਿਹੜਾ ਵਿਖਾਵਾ ਸੀ ਨਾ ਸਾਡੀ ਭਾਰਤੀ ਸੰਸਕ੍ਰਿਤੀ ਦਾ, ਉਹਦੇ 'ਚ ਸਤਿਗੁਰਾਂ ਨੇ ਕਿਹਾ ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾਂ ਖਾਈ।
सतगुरु कहते तुसी गऊ नूं भी टैक्स लाउंदे हो, ब्राह्मण नूं भी लाउंदे हो, क्योंकि मुगलों का राज है। गऊ ते ब्राह्मण दे उत्ते टैक्स लगदा है, पर गऊ दे गोए नूं पवित्र जान के सारे लोग घरां च फेरदे सन। ये तो अज तो 50-60 साल भी जदों फर्शां जे नहीं सी आईयां, इट्टां ते नहीं सी काम चलिया, लोकां दे मनां च रहिंदा सीगा भी जिहड़ी गऊ दा गोहा ये बहुत पवित्र है, क्योंकि गऊ साडे कल्चर नाल जुड़ी हुई है। ਉਹਦਾ ਕਾਰਨ ਇਹ ਹੈ ਕਿ ਉਹਦੇ ਬੱਚੇ ਬਲਦ ਬਣਦੇ, ਬਲਦਾਂ 'ਤੇ ਖੇਤੀ ਨਿਰਭਰ ਸੀ। ਦੇਸੀ ਗਊ ਕਰਕੇ ਸਾਡੇ ਵਾਤਾਵਰਨ ਵਿੱਚ ਅੱਤ ਦੀ ਗਰਮੀ ਹੋ ਜੇ, ਸਰਦੀ ਹੋ ਜੇ, ਇਹ ਕੱਟ ਜਾਂਦੀ ਸੀ। ਅੱਜ ਅਸੀਂ ਨਸਲਾਂ ਬਦਲੀਆਂ ਨੇ, ਅਮਰੀਕਨ ਗਊਆਂ ਨੂੰ ਹਾਰਟ ਅਟੈਕ ਹੋ ਜਾਂਦਾ, ਜਦੋਂ ਕਿ ਸਾਡੇ ਅੱਜ ਤੋਂ 50 ਸਾਲ ਪਹਿਲਾਂ ਬੰਦਿਆਂ ਨੂੰ ਵੀ ਨਹੀਂ ਸੀ ਹੁੰਦਾ। ਉਹ ਕਹਿੰਦੇ ਕਿਹੜਾ ਅਟੈਕ ਹੁੰਦਾ, ਕਿਉਂਕਿ ਅਸੀਂ ਵਾਤਾਵਰਨ ਵਿੱਚ ਫਿੱਟ ਸਾਂ। ਤਾਂ ਇਹ ਜਿਹੜੇ ਵਾਤਾਵਰਨ ਦੇ ਨਾਲ ਚੱਲਦੀ ਕਰਕੇ ਨਾ, ਕੁਦਰਤੀ ਆ ਕਿ ਖੇਤੀ ਪ੍ਰਧਾਨ ਦੇਸ਼ ਕਰਕੇ ਗਊ ਦਾ ਜਿਹੜਾ ਸਤਿਕਾਰ ਰਿਹਾ। ਔਰ ਸਤਿਗੁਰਾਂ ਨੇ ਪ੍ਰਕਰਨ ਦਿੱਤਾ ਕਿ ਦੁਨੀਆ ਪਖੰਡ ਕਿੰਨਾ ਕਰਦੀ ਹੈ। ਗਊ ਨੂੰ ਟੈਕਸ ਲਾਉਂਦੀ ਹੈ, ਗੋਹੇ ਨੂੰ ਪਵਿੱਤਰ ਸਮਝੀ ਜਾਂਦੀ ਹੈ। ਬ੍ਰਾਹਮਣ ਨੂੰ ਟੈਕਸ ਲਾਉਂਦੀ ਹੈ, ਅਤੇ ਜਿਹੜੀ ਗਊ ਦੀ ਪੂਜਾ ਕਰਦੇ ਆ ਉਹਨੂੰ ਇਹ ਪਵਿੱਤਰਤਾ ਦੇ ਨਾਲ ਜੋੜਦੇ ਨੇ। ਇਹ ਇੱਕ ਬਾਹਰੀ ਜਿਹੜਾ ਵਿਖਾਵਾ ਸਮਾਜ ਦਾ ਹੈਗਾ, ਇਹਦੇ ਤੋਂ ਹੀ ਜਿਹੜਾ ਬਹੁਤ ਸਾਰੇ ਅੱਗੇ ਸ਼ਬਦ ਸਤਿਗੁਰੂ ਕਿਹਾ ਕਿ ਮਾਨਸ ਖਾਣੇ ਕਰੇ ਨਵਾਜ਼ ਸ਼ੁਰੀ ਵਗੈਨ ਤਿੰਨ ਗਲ ਤਾਗ, ਇਹ ਮਨੁੱਖ ਖਾਣੇ ਲੋਕ ਨੇ। ਇਹ ਕਿਉਂਕਿ ਮੁਗਲਾਈ ਰਾਜ ਦੇ ਵਿੱਚ ਜਿੰਨਾ ਜ਼ਬਰ ਹੁੰਦਾ ਸੀ, ਜ਼ੁਲਮ ਹੁੰਦਾ ਸੀ, ਜਾਂ ਗੈਰ ਮੁਸਲਿਮ ਦੇ ਉੱਤੇ ਜਿਹੜੇ ਟੈਕਸ ਲਾਏ ਜਾਂਦੇ ਸੀ, ਉਹ ਜਿਹੜੇ ਸਾਡੇ ਇਤਿਹਾਸ ਵਿੱਚ ਵੀ ਆਉਂਦਾ ਕਿ ਪੰਚਮ ਪਾਤਸ਼ਾਹ ਜੀ ਨੇ ਵੀ ਅਕਬਰ ਬਾਦਸ਼ਾਹ ਕੋਲੋਂ ਜ਼ਮੀਨਾਂ ਦੇ ਟੈਕਸ ਮਾਫ ਕਰਾਏ ਸਨ। ਔਰ ਉਸ ਸਮੇਂ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜਾ ਨਦੀ ਨੂੰ ਪਾਰ ਕਰਕੇ ਜਾਣਾ ਉਹਦੇ ਉੱਤੇ ਵੀ ਟੈਕਸ ਸਨ। ਅਤੇ ਗੋਸ਼ਵਾਰਾ ਹੁੰਦਾ ਸੀ ਇੱਕ, ਜਿਹਨੂੰ ਅੱਜ ਕੱਲ੍ਹ ਸਾਡੇ ਪੜ੍ਹਿਆਂ ਲਿਖਿਆਂ ਦੇ ਸਕੂਲਾਂ ਕਾਲਜਾਂ ਚੱਲਦਾ ਗੋਸ਼ਵਾਰਾ, ਉਹ ਵੀ ਗਊਆਂ ਦੀ ਗਿਣਤੀ ਨਾਲ ਸੰਬੰਧਿਤ ਸੀਗਾ ਵੀ ਇੰਨੀ ਜ਼ਮੀਨ ਵਾਲਾ ਇੰਨੀਆਂ ਗਊਆਂ ਰੱਖ ਸਕਦਾ। ਜਿਹੜੀਆਂ ਵੱਧ ਹੁੰਦੀਆਂ ਸੀ ਉਹਦੇ 'ਤੇ ਟੈਕਸ ਦੇਣਾ ਪੈਂਦਾ ਸੀ। ਇੰਨੇ ਇਹਦੇ ਬਲਦ ਨੇ, ਇੰਨੀਆਂ ਗਊਆਂ ਨੇ, ਇੰਨੀ ਜ਼ਮੀਨ ਆ, ਇੰਨੀ ਜ਼ਮੀਨ ਤੋਂ ਵੱਧ ਜਿਹੜੀਆਂ ਗਊਆਂ ਵੱਧ ਜਾਂਦੀਆਂ ਉਹਦਾ ਗੋਸ਼ਵਾਰਾ ਬਣਦਾ ਸੀ, ਉਹ ਗਊਆਂ ਦਾ ਟੈਕਸ ਹੁੰਦਾ ਸੀਗਾ। ਉਹ ਸਾਡੀ ਅੱਜ ਕੱਲ੍ਹ ਭਾਸ਼ਾ ਦੇ ਵਿੱਚ ਹੈ। ਅੱਗੇ ਸ਼ਰਾਧਾਂ ਬਾਰੇ ਹੈ, ਜੇ ਮੁਹਾਕਾ ਘਰ ਮੋਏ ਪਿਤਰੀ ਦੇ। ਇਹ ਹੈਗਾ ਕਿ ਮ੍ਰਿਤਕ ਤੋਂ ਬਾਅਦ ਬਹੁਤ ਸਾਰੇ ਕਰਮਕਾਂਡ ਸਮਾਜ ਕਰਦਾ, ਔਰ ਉਹ ਉਸ ਸੰਬੰਧੀ ਸਤਿਗੁਰਾਂ ਨੇ ਕਿਹਾ ਕਿ ਜਦ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ, ਵੱਢੀਏ ਹੱਥ ਦਲਾਲ ਕੇ ਮੁਸਬੀ ਇਹ ਕਰੇ। ਨਾਨਕ ਸਤਿਗੁਰੂ ਕਹਿੰਦੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਅਸਲ ਇਹ ਤੱਤ ਗਿਆਨ ਇਹ ਹੈਗਾ ਕਿ ਅੱਗੇ ਜਾ ਕੇ ਪ੍ਰਲੋਕ ਵਿੱਚ ਉਹ ਕੁਝ ਮਿਲਣਾ ਜੋ ਅਸੀਂ ਲੋਕ ਦੇ ਉੱਤੇ ਚੰਗਿਆਈਆਂ ਕੀਤੀਆਂ, ਚੰਗੀ ਜੀਵਨ ਜਿਉਆ, ਦਇਆ ਕੀਤੀ, ਧਰਮ ਪਾਲਿਆ, ਪਰਉਪਕਾਰ ਕੀਤਾ। ਕੇਵਲ ਸ਼ਰਾਧਾਂ ਦੇ ਨਾਲ ਜਾਂ ਦਾਨ ਪੁੰਨ ਦੇ ਨਾਲ ਅਗਲੇ ਜਹਾਨ ਵਿੱਚ ਸੁੱਖ ਨਹੀਂ ਹੈ। ਇਹ ਸਤਿਗੁਰਾਂ ਨੇ ਸਮੁੱਚੇ ਵਿਸ਼ਵ ਨੂੰ ਸੁਚੇਤਤਾ ਦਾ ਇੱਕ ਮੰਤਰ ਦਿੱਤਾ ਹੈਗਾ। ਭਾਵੇਂ ਇਹ ਲੰਬਾ ਇਹ ਸ਼ਬਦ ਨੇ, ਕਿਉਂਕਿ ਆਪਣੀ ਸਮੇਂ ਦੀ ਵੀ ਸੀਮਾ ਹੁੰਦੀ ਹੈ। ਅੱਗੇ ਸੂਤਕ ਪਾਤਕ ਦੇ ਉੱਤੇ ਹੈਗਾ, ਕਿਉਂਕਿ ਸੂਤਕ ਜਿਹੜਾ ਇਹ ਜਨਮ ਵਾਲੇ ਘਰ ਵਿੱਚ ਜਿਹੜਾ ਕੁਝ ਦਿਨ ਭਰਮ ਕੀਤਾ ਜਾਂਦਾ ਬੱਚੇ ਦੇ ਜਨਮ ਤੋਂ ਲੈ ਕੇ, ਅਤੇ ਪਾਤਕ ਜਿਹੜਾ ਹੁੰਦਾ ਜਦੋਂ ਕਿਸੇ ਘਰ ਵਿੱਚ ਮੌਤ ਹੋ ਜਾਂਦੀ ਹੈ ਅਤੇ ਕੁਝ ਦਿਨਾਂ ਵਾਸਤੇ ਮੌਤ ਵਾਲੇ ਘਰ ਨਾਲ ਵੀ ਭਰਮ ਜੁੜੇ ਹੋਏ ਨੇ। ਭਾਵੇਂ ਸਾਡੀ ਸਿੱਖ ਰਹਿਤ ਮਰਜ਼ਾਦਾ ਵਿੱਚ ਮ੍ਰਿਤਕ ਸੰਸਕਾਰ ਵਿੱਚ ਸਿੱਖ ਨੂੰ ਹਰ ਤਰ੍ਹਾਂ ਦੇ ਭਰਮ ਤੋਂ ਨਿਵਰਤ ਕੀਤਾ ਕਿ ਇਹਨੇ ਕਿਸੇ ਕਰਮਕਾਂਡ ਫੋਕਟ ਦੇ ਵਿੱਚ ਨਹੀਂ ਪੈਣਾ। ਫਿਰ ਵੀ ਕਈ ਵਾਰੀ ਸਮਾਜ ਵੇਖਾ ਵੇਖੀ ਕੁਝ ਗੱਲਾਂ ਪੀੜ੍ਹੀ ਦਰ ਪੀੜ੍ਹੀ ਛੱਡਦਾ ਨਹੀਂ ਆ। ਸਤਿਗੁਰਾਂ ਨੇ ਇੱਥੇ ਜਿਹੜਾ ਸੁਚੇਤ ਕੀਤਾ ਕਿ ਅਸਲ ਸੂਤਕ ਪਾਤਕ ਕੀ ਹੈ, ਕਿ ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ। ਮਨ ਦਾ ਵਿਚਾਰਾਂ ਦਾ ਸੂਤਕ ਜਿਹੜਾ ਕੀ ਹੈ, ਇਹ ਜਿਹੜਾ ਲਾਲਚ ਹੈ। ਅਤੇ ਜੇਬ ਦਾ ਜਿਹੜਾ ਜ਼ੁਬਾਨ ਦਾ ਕੀ ਆ, ਝੂਠ ਬੋਲਣਾ। ਅੱਖੀਂ ਸੂਤਕ ਦੇਖਣਾ, ਪਰਤਰਿਆ ਪਰਤਨ ਰੂਪ। ਅੱਖਾਂ ਦਾ ਵੀ ਇੱਕ ਸੂਤਕ ਹੈਗਾ। ਇਹਨੂੰ ਸਮਾਜ ਨੂੰ ਸੁਚੇਤ ਕੀਤਾ ਵੀ ਜਿਹੜਾ ਹੁੰਦਾ ਨਾ ਤਗ ਨਾ ਇੰਦਰੀ ਤਗ ਨਾ ਨਾਰੀ। ਕਹਿੰਦੇ ਨਾ ਤਾਂ ਧਾਗਾ ਤੁਸੀਂ ਇੰਦਰੀਆਂ ਨੂੰ ਪਾਉਂਦੇ, ਅਤੇ ਨਾੜੀ ਸ਼ਬਦ ਵੀ ਵਰਤਿਆ ਹੈ ਉੱਥੇ। ਨਾਰੀ ਦਾ ਕਈਆਂ ਨੇ ਇਸਤਰੀ ਵੀ ਕੀਤਾ। ਭਾਈ ਵੀਰ ਸਿੰਘ ਜੀ ਹੁਣਾਂ ਨੇ ਨਾੜੀਆਂ ਕੀਤਾ ਕਿ ਇਹ ਜਿਹੜੀਆਂ ਵੱਖ-ਵੱਖ ਨਾੜੀਆਂ ਨੇ ਤੁਸੀਂ ਸਾਰੀਆਂ ਨੂੰ ਥੋੜ੍ਹਾ ਧਾਗੇ ਬੰਨ੍ਹੋਗੇ। ਇਹਨਾਂ ਦਾ ਜਿਹੜਾ ਕਰਮ ਕਾਂਡ ਆ ਜਾਂ ਫੋਕਟ ਜਾਂ ਜੋ ਵੀ ਦੁਨੀਆ ਦਾ ਵਿਖਾਵਾ, ਇਹ ਤਾਂ ਚੱਲਦਾ ਰਹਿੰਦਾ। ਉੱਥੇ ਸਤਿਗੁਰਾਂ ਨੇ ਕਿਹਾ ਕਿ ਇਹ ਸਾਰਾ ਕੰਨਾਂ ਨੂੰ ਵੀ ਸੂਤਕ ਚੱਲਦਾ ਹੈਗਾ, ਪਰ ਇਹ ਸਾਰੀਆਂ ਨੂੰ ਜਿਹੜਾ ਗੁਰੂ ਦਾ ਗਿਆਨ ਆ ਉਹ ਸਭੋ ਸੂਤਕ ਭਰਮ ਹੈ। ਦੂਜਾ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਕਹਿੰਦੇ ਤੁਸੀਂ ਕਿਹੜੇ ਸੂਤਕ ਪਾਤਕ ਵਿੱਚ ਪਏ ਹੋ, ਇਹ ਤਾਂ ਪ੍ਰਮਾਤਮਾ ਦਾ ਹੁਕਮ ਹੈ। ਇਹ ਜੰਮਣਾ ਅਤੇ ਮਰਨਾ ਇਹ ਕੁਦਰਤ ਦੀ ਨਿਯਮਾਵਲੀ ਹੈ, ਉਹਦਾ ਭਾਣਾ ਹੈ, ਉਹਦੀ ਰਜ਼ਾ ਹੈ। ਭਾਣੇ ਵਿੱਚ ਮਨੁੱਖ ਆਇਆ, ਭਾਣੇ ਵਿੱਚ ਚਲਾ ਗਿਆ। ਤੁਹਾਡੇ ਸੂਤਕ ਪਾਤਕ ਜਿਹੜੇ ਜਨਮ ਮਰਨ ਨਾਲ ਤੁਸੀਂ ਇੰਨੇ ਪਖੰਡ ਕਰਮ ਕਰਦੇ ਹੋ, ਭਾਵੇਂ ਆਪਣਾ ਇਹ ਅਗਲੇ ਵਿਸ਼ੇ ਦਾ ਹੈਗਾ ਪਾਰਟ ਹੈ, ਪਰ ਇਹ ਆਸਾ ਦੀ ਵਾਰ ਵਿੱਚ ਇਹ ਸਾਰਾ ਜਿਹੜਾ ਜਨਮ ਮਰਨ ਦੇ ਸਮੇਂ ਕੀਤੇ ਜਾਂਦੇ ਭਰਮਾਂ ਦਾ ਖੰਡਨ ਹੈ। ਅੱਗੇ 19ਵੀਂ ਪੌੜੀ ਵਿੱਚ ਇਸਤਰੀ ਜਾਤੀ ਦਾ ਸਤਿਕਾਰ ਹੈ, ਜਿਹੜਾ ਸਾਡਾ ਪ੍ਰਚਲਿਤ ਸ਼ਬਦ ਹੈ। ਸੋ ਕਿਉ ਮੰਦਾ ਆਖੀਐ,
ਜਿਤ ਜੰਮੈ ਰਾਜਾਨ। ਇੱਥੇ ਭੰਡ ਦਾ ਅਰਥ ਇਸਤਰੀ ਹੈ। ਭੰਡ ਜੰਮੀ ਹੈ, ਭੰਡ ਨਿਮੀ ਹੈ, ਭੰਡ ਮੰਗਣ ਵਿਆਹੋ। ਇੱਕ ਭੰਡ ਸਾਡੇ ਉਹ ਸ਼ੈਲੀ ਹੈ, ਮਰਾਸੀ ਹੈ, ਇੱਕ ਭੰਡ ਹੈ ਜੋ ਭੰਡੀ ਕਰਕੇ ਜਾਂ ਸੁਆਂਗ ਉਤਾਰ ਕੇ ਪੈਸਾ ਮੰਗਦੇ ਨੇ, ਉਹ ਭੰਡ ਇੱਕ ਜਮਾਤ ਵੀ ਹੈ। ਇਹ ਪਰਿਆਇਵਾਚੀ ਦੇ ਵਿੱਚ, ਸਮਰਥ ਦੇ ਵਿੱਚ ਜਿਹੜਾ ਭੰਡ ਇੱਥੇ ਸ਼ਬਦ ਇਸਤਰੀ ਲਈ ਵਰਤਿਆ ਹੈ। ਸਤਿਗੁਰੂ ਕਹਿੰਦੇ ਸਾਰਾ ਜਿਹੜਾ ਵਿਹਾਰ ਆ ਸੰਸਾਰ ਦਾ, ਇਹ ਇਸਤਰੀ ਤੋਂ ਹੀ ਸਮਾਜ ਸੰਸਾਰ ਸਾਰਾ ਚੱਲਦਾ। ਅੰਤ ਤੇ ਤੱਤ ਸਾਰ ਦਿੱਤਾ ਵੀ ਤੁਸੀਂ ਕਹਿੰਦੇ ਹੋ ਰਾਜਾ ਨੇਕ ਕਲੰਕ ਹੁੰਦਾ, ਤੇ ਜਿਹੜੀ ਰਾਜਿਆਂ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਹੈ ਉਹਨੂੰ ਤੁਸੀਂ ਮੰਦਾ ਕਿਉਂ ਬੋਲਦੇ ਹੋ। ਇਹ ਮਤਲਬ ਇਸ ਤਰ੍ਹਾਂ ਦਾ ਰੂਪ ਜਿਹੜਾ ਸਤਿਗੁਰਾਂ ਅੱਗੇ ਸਤਿਗੁਰਾਂ ਨੇ ਕਿਹਾ ਕਿ ਫਿੱਕਾ ਨਹੀਂ ਬੋਲਣਾ। ਜਿਹੜਾ ਨਾਨਕ ਫਿੱਕਾ ਬੋਲੀਏ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ, ਫਿੱਕੇ ਫਿੱਕੀ ਸੋਏ। ਇਹਦੇ ਵਿੱਚ ਜਦੋਂ ਕਹਿੰਦੇ ਆਪਾਂ ਕਿਸੇ ਨੂੰ ਫਿੱਕਾ ਬੋਲਦੇ ਹਾਂ ਨਾ, ਉਦੋਂ ਤਨ ਵੀ ਫਿੱਕਾ ਹੁੰਦਾ ਤੇ ਮਨ ਵੀ ਫਿੱਕਾ ਹੁੰਦਾ। ਤਨ ਇਸ ਕਰਕੇ ਫਿੱਕਾ ਹੁੰਦਾ, ਅਗਲਾ ਸਾਡੇ ਨਾਲ ਬੋਲਚਾਲ ਬੰਦ ਕਰ ਦਿੰਦਾ ਹੈ, ਤੇ ਮਨ ਇਸ ਲਈ ਫਿੱਕਾ ਹੁੰਦਾ ਕਿ ਸਾਡੀ ਸ਼ਖਸੀਅਤ ਹੀ ਸਾਡਾ ਬੋਲਚਾਲ ਹੈ। ਜਿਵੇਂ ਆਪਾਂ ਕੱਲ੍ਹ ਕਿਹਾ ਸੀ, ਗੁਫ਼ਤਾਰ ਕੀ ਹੈ ਸਾਡੀ ਬੋਲਚਾਲ। ਜੇ ਸਾਡੀ ਬੋਲਚਾਲ ਹੀ ਖੁਸ਼ਕ ਔਰ ਫਿੱਕੀ ਹੈ ਤੇ ਕੁਦਰਤੀ ਅਸੀਂ ਸਮਾਜ ਤੋਂ ਟੁੱਟ ਜਾਂਦੇ ਹਾਂ। ਇਸ ਲਈ ਇਹ ਪ੍ਰਮਾਤਮਾ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਹੈ। ਅੱਗੇ ਸੇਵਕ ਕਿਹੋ ਜਿਹਾ ਹੋਵੇ, 21ਵੀਂ ਪੌੜੀ ਵਿੱਚ ਹੈ ਕਿ ਸਤਿਗੁਰੂ ਕਹਿੰਦੇ ਸਲਾਮ ਜਵਾਬ ਦੋਵੇ ਘਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇ ਕੂੜੀਆਂ ਥਾਏ ਨਾ ਕਾਈ ਪਾਏ। ਬੰਦਾ ਕਿਸੇ ਨੂੰ ਸਲਾਮ ਵੀ ਕਰੇ ਤੇ ਜਵਾਬ ਵੀ ਦੇਵੇ, ਮੁੰਡੋ ਹੁੰਦਾ ਮੁੱਢੋਂ ਹੀ, ਇਹ ਕਹਿੰਦੇ ਮੂਲੋਂ ਹੀ ਭੁੱਲਾ ਹੋਇਆ ਬੰਦਾ। ਇਹ ਦੋਵੇਂ ਗੱਲਾਂ ਕੂੜੀਆਂ ਨੇ, ਜਾਂ ਤਾਂ ਫਿਰ ਸਲਾਮ ਕਰੋ ਤੇ ਜਾਂ ਫਿਰ ਜਵਾਬ ਦਿਓ। ਕਿਉਂਕਿ ਪਹਿਲਾ ਸਲੋਕ ਹੈਗਾ, ਇਹ ਕਨੇਹੀ ਆਸ਼ਕੀ ਦੂਜੇ ਲੱਗੇ ਜਾਏ। ਆਂਦੇ ਇਹ ਕਾਹਦੀ ਪਿਆਰ ਹੈਗਾ, ਬੰਦਾ ਮਤਲਬ ਦਵੈਤ ਭਾਵਨਾ ਵਿੱਚ ਜਿਉਂਦਾ। ਨਾਨਕ ਆਸ਼ਕ ਕਾਢੀਏ ਸਦ ਹੀ ਰਹੇ ਸਮਾਏ। ਆਸ਼ਕ ਉਹ ਕਾਂਢੀਆ ਹੁੰਦਾ, ਕਹਿ ਜਾਂਦੇ। ਲਾਲ ਹਮ ਸਤਿਗੁਰ ਲਾਲੇ ਕਾਂਢੇ ਸ਼ਬਦ ਹੈਗਾ, ਕਾਂਢੇ ਹੁੰਦਾ ਕਹਿ ਜਾਂਦੇ, ਆਸ਼ਕ ਉਹ ਕਹਿ ਜਾਂਦੇ ਨੇ। ਅੱਗੇ ਸਤਿਗੁਰਾਂ ਨੇ ਜਿਹੜਾ ਮਨ ਦਾ ਹੰਕਾਰ ਤੇ ਝਗੜੇ ਵਾਲੀ ਬਿਰਤੀ ਛੱਡਣ ਦਾ ਜਿਹੜਾ ਰੂਪ ਦਿੱਤਾ ਹੈਗਾ, ਜਿਹੜਾ ਇੱਕ ਪ੍ਰਚਲਿਤ ਨਾਨ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤਿਹੋ ਵਰਤੇ ਵੇਖੋ ਕੋ ਨਿਰਜਾਸ। ਜਿਹੜੀ ਅਣਜਾਣ ਜਿਹੜਾ ਬਚਪਨਾ ਹੈ, ਬਾਲਪਨ ਹੈ, ਜਿਹਦਾ ਤਜਰਬਾ ਕੋਈ ਨਹੀਂ ਹੈ, ਇਹ ਰਾਸ ਨਹੀਂ ਆਉਂਦੀ। ਤੇ ਨਾਲੇ ਆਣੇ ਦੋਸਤੀ ਵਡਾਰੂ ਸਿਉਨਿਓ, ਵਡਾਰੂ ਹੁੰਦਾ ਵੱਡੀ ਉਮਰ ਦਾ, ਕਿਉਂਕਿ ਉਹਨੇ ਸੰਸਾਰ ਵਿੱਚੋਂ ਜਾਣਾ। ਇਹ ਇੱਕ ਤਜਰਬੇ ਦੀਆਂ ਗੱਲਾਂ ਨੇ। ਤੇ 23ਵੀਂ ਪੌੜੀ ਵਿੱਚ ਹੈਗਾ ਕਿ ਅਸਲ ਦਾਤ ਕੀ ਹੈ। ਸਤਿਗੁਰੂ ਕਹਿੰਦੇ ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ। ਇਹ ਦਾਤ ਨਹੀਂ ਜਿਹੜੀ ਅਸੀਂ ਆਪ ਪਾ ਲਈਏ। ਨਾਨਕ ਸਾ ਕਰਮਾਤ ਸਹਿਬ ਤੁੱਠੈ ਜੋ ਮਿਲੇ। ਕਹਿੰਦੇ ਅਸਲ ਵਿੱਚ ਬਖਸ਼ਿਸ਼ ਉਹ ਹੈ ਜਿਹੜੀ ਸਹਿਬ ਤੁੱਠ ਕੇ ਕਿਸੇ ਮਨੁੱਖ ਨੂੰ ਦਿੰਦਾ। ਕਰਮਾਤ ਤੇ ਕਰਾਮਾਤ, ਕਰਮ ਦੀ ਅੱਤ। ਕਈ ਵਾਰੀ ਕਹਿੰਦੇ ਸਿੱਖਾਂ 'ਚ ਕਰਾਮਾਤ ਨਹੀਂ ਹੈ, ਕਿ ਮੈਂ ਕਹਿੰਦਾ ਸਿੱਖੀ ਆਈ ਸਾਰੀ ਕਰਾਮਾਤ ਹੈ। ਜਿਹੜੀ ਕਰਾਮਾਤ ਦੀ ਵਿਆਖਿਆ ਅਸੀਂ ਕਰਦੇ ਹਾਂ, ਅਸੀਂ ਸਮਝਦੇ ਵੀ ਸਾਹਮਣੇ ਅੱਗ ਲੱਗ ਗਈ, ਇਹ ਕਰਾਮਾਤ ਹੈ। ਹੱਥ ਤੇ ਸਰੋਂ ਜੰਮ ਗਈ, ਪਾਣੀ 'ਚ ਬੰਦਾ ਤੁਰ ਗਿਆ, ਇਹ ਕਰਾਮਾਤ ਹੈ। ਅਸਲ ਇਹਦਾ ਸ਼ਬਦ ਹੈ ਕਰਮ ਅੱਤ, ਜਿੱਥੇ ਕਰਮ ਦੀ ਕਿਰਿਆ ਦੀ ਅੱਤ ਹੋ ਜਾਂਦੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਕਰਮਾਂ ਦੀ ਸਿਖਰ ਹੈ। ਕਰਮ ਦੀ ਅੱਤ ਹੈ, ਇਹੋ ਜਿਹੀ ਕਿਰਿਆ ਹੋਈ ਆ ਜਿਹੜੀ ਸਮਾਜ ਸੋਚ ਹੀ ਨਹੀਂ ਸਕਦਾ। ਔਰ ਉਹ ਇਹ ਕਰਾਮਾਤ ਹੀ ਹੈ ਸਾਰੀ। ਇਹ ਜਿੰਨਾ ਦੁਨੀਆ ਭਰ ਦੇ ਵਿੱਚ ਫੈਲਾਓ ਆ ਨਾ, ਲੋਕਾਂ ਨੂੰ ਇੱਕ ਤੋੜ ਕੇ ਤੇ ਸ਼ਬਦ ਦੀ ਸ਼ਕਤੀ ਦੇ ਦੇਣੀ ਉਹਨਾਂ ਨੂੰ। ਜਿੱਥੇ ਸੰਗੀਤ ਦੀ ਮਨਾਹੀ ਆ ਉੱਥੇ ਰਬਾਬ ਨਾਲ ਕੀਰਤਨ ਹੋਣਾ, ਜਿੱਥੇ ਤਖਤ ਦੀ ਮਨਾਹੀ ਆ ਸਿਰਜ ਦੇਣਾ, ਕਲਗੀ ਸੱਜਣੀ। ਔਰ ਇਹ ਸੰਗਤ ਪੰਗਤ ਸਰੋਵਰ ਸਾਰੀ ਦੁਨੀਆ ਨੂੰ ਇੱਕ ਥਾਂ ਤੇ ਇਕੱਠੇ ਬਿਠਾ ਦੇਣਾ। ਇਹ ਕਰਾਮਾਤ ਨਹੀਂ ਤਾਂ ਹੋਰ ਕੀ ਹੈ। ਇਹਦੀ ਵਿਆਖਿਆਕਾਰ ਹੀ ਮੁਥਾਜ ਕਰਦੀ ਹੈ ਵੀ ਇਹ ਕਰਮ ਦੀ ਸਿਖਰ ਹੈਗੀ ਆ, ਪਰ ਇਹ ਵਿਆਖਿਆਕਾਰ ਤੇ ਨਿਰਭਰ ਹੈ ਸਾਰੀ ਇਹ ਕਰਾਮਾਤ ਹੀ ਹੈ। 24ਵੀਂ ਪੌੜੀ ਵਿੱਚ ਫਿਰ ਗੁਣ ਦਿੱਤੇ ਨੇ ਕਿ ਆਪੇ ਭਾਂਡੇ ਸਾਜਨ ਆਪੇ ਪੂਰਨ ਦੇ। ਇਹ ਅਕਾਲ ਪੁਰਖ ਨੇ ਆਪੇ ਹੀ ਆ ਸਾਰੇ ਭਾਂਡੇ ਭੁੰਡੇ ਬਣਾਤੇ ਆ, ਇਹ ਸਰੀਰ ਸਿਰਜਤੇ ਹੈ, ਆਪੇ ਹੀ ਇਹਨੂੰ ਪੂਰਨਤਾ ਦੇਤੀ ਹੈ। ਇੱਕ ਨਹੀਂ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜੇ। ਹੁਣ ਕਈ ਵਾਰ ਅਸੀਂ ਕਹਿ ਦਿੰਦੇ, ਕਈ ਤਾਂ ਬੜਾ ਸੁੱਖ ਲੈਂਦੇ ਨੇ। ਸਤਿਗੁਰਾਂ ਨੇ ਕਹਿਤਾ ਵੀ ਕਈਆਂ ਦੇ ਵਿੱਚ ਤਾਂ ਦੁੱਧ ਪਿਆ ਹੁੰਦਾ ਤੇ ਕਈ ਚੁੱਲ੍ਹੇ 'ਤੇ ਸਾਰਾ ਦਿਨ ਸੜਦੇ ਰਹਿੰਦੇ, ਤਪਦੇ ਰਹਿੰਦੇ ਨੇ। ਇੱਕ ਨਿਹਾਲੀ ਪੈ ਸਵਣ, ਇੱਕ ਉੱਪਰ ਰਹਿਣ ਖੜੇ, ਇੱਕ ਰਜਾਈਆਂ ਤਲਾਈਆਂ ਲੈ ਕੇ ਆਰਾਮ ਨਾਲ ਪਏ ਨੇ, ਤੇ ਇੱਕ ਉੱਪਰ ਉਹਨਾਂ ਦੇ ਪਹਿਰੇਦਾਰ ਖੜੇ ਨੇ। ਮਤਲਬ ਇਹ ਜਿਹੜਾ ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ, ਇਹ ਸਤਿਗੁਰਾਂ ਨੇ ਇੱਕ ਰੂਪ ਸੰਸਾਰ ਦਾ ਚਿਤਰਿਆ ਕਿ ਸਮਾਜ ਕਈ ਵਾਰੀ ਦੁਬਦਾ ਦੇ ਵਿੱਚ ਜਿਉਂਦਾ। ਇਹ ਕਹਿੰਦੇ ਵੀ ਉਹਦੀਆਂ ਕਾਲ ਦੀਆਂ ਰਹਿਮਤਾਂ ਹੀ ਨੇ। ਤੇ ਇਹਦੇ ਵਿੱਚ ਹੈ ਆਪੇ ਸਾਜੇ ਕਰੇ ਆਪ ਜਾਏ ਵੀ ਰੱਖੇ ਆਪ, ਤਿਸ ਵਿੱਚ ਜੰਤੋ ਪਾਏ ਕੈ ਦੇਖੈ ਥਾਪ ਥਾਪ, ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ। ਕਹਿੰਦੇ ਤੁਸੀਂ ਕਿਹਨੂੰ ਉਲਾਂਭਾ ਦਿੰਦੇ ਫਿਰੋਗੇ, ਇਹ ਸਭ ਕੁਝ ਆਪੇ ਹੀ ਆਪ ਹੈ। ਜੋ ਸਤਿਗੁਰੂ ਕਹਿੰਦੇ ਨਾ, ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਏ ਸੁੱਖ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਕਹਿੰਦੇ ਇਹ ਤਾਂ ਝੱਖ ਮਾਰਨ ਦੇ ਸਮਾਨ ਆ ਵੀ ਅਸੀਂ ਦੁੱਖ ਛੱਡ ਕੇ ਸੁੱਖ ਮੰਗੀਏ। ਇਹ ਤਾਂ ਕੱਪੜਿਆਂ ਦੇ ਸਮਾਨ ਨੇ, ਦੁੱਖ ਸੁੱਖ ਦੋਏ ਦਰ ਕੱਪੜੇ। ਇਹ ਜੀਵਨ ਜਾਚ ਹੈ।
गर्मी भी आएगी, सर्दी भी आएगी, धुप छां भी आएगी, रुत्तां भी बदलणगीਆਂ, दुख सुख भी आउणगे। ਇਹ ਕੱਪੜਿਆਂ ਦੇ ਸਮਾਨ ਨੇ, ਬੰਦਾ ਪਹਿਨਦਾ ਜਾਂਦਾ ਤੇ ਉਮਰ ਪੂਰੀ ਕਰ ਜਾਂਦਾ। ਇਹਦੇ ਵਿੱਚ ਇਹ ਹੈਗਾ ਕਿ ਭਾਣੇ ਰਜ਼ਾ 'ਚ ਰਹਿਣ ਦਾ ਕਨਸੈਪਟ ਹੈ। ਪੌੜੀ ਪੂਰੀ ਕਰਕੇ ਆਪਾਂ ਸਮਾਪਤੀ ਕਰ ਦਿੰਦੇ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਈਏ, ਸਭ ਉਸ ਵੱਡੇ ਦੀਆਂ ਵਡਿਆਈਆਂ ਨੇ ਜਿਹੜਾ ਇੱਕ ਓਂਕਾਰ ਹੈ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸਮਾਏ, ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ। ਨਾਨਕ ਏਕੀ ਬਾਹਰੀ, ਕੇਵਲ ਉਹ ਇੱਕ ਜਿਹੜਾ ਇਸ ਸਾਰੇ ਤੋਂ ਬਾਹਰ ਹੈ, ਹੋਰ ਦੂਜੀ ਨਾ ਹੀ ਜਾਏ। ਸੋ ਕਰੇ ਜੇ ਤਿਸੇ ਰਜਾਏ, ਰਜਾ ਜੋ ਉਹਦਾ ਭਾਣਾ ਉਹ ਕਰ ਰਿਹਾ ਹੈਗਾ। ਇਹ ਸਮਾਜ ਦੇ ਵਿੱਚ ਜਿਹੜੇ ਅਗਿਆਨਤਾ ਵੀ ਹੈ, ਇਹਦੇ ਵਿੱਚ ਮਿੱਠਤ ਵੀ ਹੈ, ਇਹਦੇ ਵਿੱਚ ਸੱਚ ਵੀ ਹੈ, ਇਹਦੇ ਵਿੱਚ ਵਸਮਾਦ ਵੀ ਹੈ, ਇਹ 'ਚ ਕਾਦਰ ਦੀ ਕੁਦਰਤ ਦਾ ਖੇਲ ਵੀ ਹੈ। ਇਸ ਕਰਕੇ ਕਿਉਂਕਿ ਆਪਣੇ ਸਮੇਂ ਦੀ ਸੀਮਾ ਹੁੰਦੀ ਹੈ ਔਰ ਇਹ ਕਾਫੀ ਲੰਬੇ ਵਿਸਤਾਰ ਦੀ ਇੱਕ ਇੱਕ ਪੌੜੀ ਮੰਗ ਕਰਦੀ ਹੈ। ਸਤਿਗੁਰੂ ਰਹਿਮਤ ਕਰਨ ਕਿ ਘੱਟੋ ਘੱਟ ਇਹਦੇ ਸਟੀਕ ਮਿਲ ਜਾਂਦੇ ਨੇ। ਪਾਠ ਆਪਾਂ ਨੂੰ ਰੋਜ਼ ਆਪਾਂ ਸੁਣਦੇ ਹੀ ਹਾਂ, ਤਾਂ ਜਦੋਂ ਆਪਾਂ ਕਿਸੇ ਵੀ ਚੰਗੇ ਵਿਆਖਿਆਕਾਰ ਦੀ ਵਿਆਖਿਆ ਪੜ੍ਹ ਲਾਂਗੇ ਤਾਂ ਮੇਰਾ ਖਿਆਲ ਹੋਰ ਜ਼ਿਆਦਾ ਇੱਕ ਇੱਕ ਸ਼ਬਦ ਪੜ੍ਹ ਕੇ ਸਪਸ਼ਟ ਹੋ ਜਾਏਗਾ। ਇੰਨਾ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਡਾਕਟਰ ਸਾਹਿਬ। ਆਸਾ ਕੀ ਵਾਰ ਨੂੰ ਇੱਕ 45-50 ਮਿੰਟ ਦੇ ਵਿੱਚ ਇੰਟਰਪ੍ਰੇਟ ਕਰਨਾ ਬੜਾ ਮੁਸ਼ਕਲ ਹੁੰਦਾ, ਪਰ ਸਾਡਾ ਇਹ ਸਾਰਾ ਕੋਰਸ ਹੀ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਇੰਟਰੋਡਕਸ਼ਨ। ਮੈਂ ਪਹਿਲੇ ਦਿਨ ਕਹੀ ਸੀ ਗੱਲ, ਇਹ ਬਾਣੀ ਜਿਹੜੀ ਆਸਾ ਕੀ ਵਾਰ ਹੈ, ਇਸ ਨੂੰ ਜੇ ਹੋਰ ਚੰਗੀ ਤਰ੍ਹਾਂ ਸਮਝਣਾ ਤਾਂ ਇਹ ਸਮਝਣਾ ਬੜਾ ਜ਼ਰੂਰੀ ਹੁੰਦਾ ਕਿ ਕਹਿੰਦੇ ਨੇ ਕਿ ਜਦੋਂ ਵੀ ਕੋਈ ਤੁਸੀਂ ਗ੍ਰੰਥ ਪੜ੍ਹੋ ਜਾਂ ਕੋਈ ਲਿਟਰੇਚਰ ਪੜ੍ਹੋ ਜਾਂ ਕੋਈ ਕਿਤਾਬ ਪੜ੍ਹੋ ਤਾਂ ਇੱਕ ਗੱਲ ਹਮੇਸ਼ਾ ਇਹ ਵੀ ਧਿਆਨ ਰੱਖਣਾ ਕਿ ਲਿਖਾਰੀ ਨੇ ਕਿਹਨਾਂ ਹਾਲਾਤਾਂ ਦੇ ਵਿੱਚ ਇਹ ਜਿਹੜੀ ਹੈ ਇਹ ਗੱਲ ਲਿਖੀ ਹੈ। ਗੁਰੂ ਨਾਨਕ ਸਾਹਿਬ ਦੇ ਸਮੇਂ ਕਿਹੜੇ ਹਾਲਾਤ ਸੀ, ਉਹਨਾਂ ਹਾਲਾਤਾਂ ਦੇ ਵਿੱਚ ਆਸਾ ਕੀ ਵਾਰ ਜਾਂ ਪੂਰੀ ਬਾਣੀ ਜਿਹੜੀ ਰਚੀ, ਇਸ ਬਾਰੇ ਜ਼ਰਾ ਇਹ ਧਿਆਨ 'ਚ ਰੱਖ ਕੇ ਜਦੋਂ ਪੜ੍ਹੋਗੇ ਤਾਂ ਹੋਰ ਤੁਹਾਨੂੰ ਇਸ ਗੱਲ ਨੂੰ ਇਹ ਸਪਸ਼ਟ ਹੋਏਗੀ। ਕਹਿੰਦੇ ਨਾ ਕਿ ਜਦੋਂ ਗੁਲਾਮ ਨੂੰ ਇਹ ਪਤਾ ਲੱਗ ਜਾਏ ਕਿ ਉਸ ਨੂੰ ਆਜ਼ਾਦੀ ਲੈਣ ਲਈ ਜਾਂ ਆਜ਼ਾਦ ਹੋਣ ਲਈ ਵਕਤ ਦੇ ਹੁਕਮਰਾਨ ਤੋਂ ਵੀ ਜ਼ਿਆਦਾ ਉੱਚੇ ਗੁਣ ਧਾਰਨ ਕਰਨੇ ਪੈਣਗੇ, ਤਾਂ ਇਹ ਆਜ਼ਾਦੀ ਵੱਲ ਪਹਿਲਾ ਕਦਮ ਹੈ। ਜਿਸ ਟਾਈਮ ਗੁਰੂ ਨਾਨਕ ਸਾਹਿਬ ਨੇ ਇਹ ਬਾਣੀ ਰਚੀ ਸੀ ਤਾਂ ਇਹ ਪਹਿਲਾ ਕਦਮ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕਰਵਾਇਆ ਸੀ ਆਵਾਮ ਨੂੰ ਆਜ਼ਾਦੀ ਵੱਲ। ਮਿਲਟਨ ਨੇ ਇੱਕ ਕਵਿਤਾ ਲਿਖੀ, ਬੜੀਆਂ ਕਵਿਤਾ ਲਿਖੀਆਂ ਨੇ, ਵਰਲਡ ਵਾਈਡ ਕਵੀ ਹੈ। ਇੱਕ ਲਿਖੀ ਸੀ ਪੈਰਾਡਾਈਜ਼ ਲੌਸਟ, ਔਰ ਫਿਰ ਬਾਅਦ ਵਿੱਚ ਮਰਨ ਤੋਂ ਕੁਛ ਦਿਨ ਪਹਿਲੇ ਉਹਨੇ ਇੱਕ ਕਵਿਤਾ ਲਿਖੀ ਸੀ ਪੈਰਾਡਾਈਜ਼ ਰਿਗੇਨਡ। ਤਾਂ ਆਸਾ ਕੀ ਵਾਰ ਮੈਨੂੰ ਲੱਗਦਾ ਹੈ ਕਿ ਪੈਰਾਡਾਈਜ਼ ਰਿਗੇਨਡ ਦਾ ਫਾਰਮੂਲਾ ਆਸਾ ਕੀ ਵਾਰ ਦੇ ਵਿੱਚ ਮਿਲੇਗਾ ਸਾਨੂੰ। ਤਾਂ ਵੱਡੀ ਤੋਂ ਵੱਡੀ, ਛੋਟੀ ਤੋਂ ਛੋਟੀ ਵਸਤੂ ਵਿੱਚ ਪਰਮਾਤਮਾ ਦਾ ਵਿਆਪਕ ਜਿਹੜੀ ਹੈ ਹੋਂਦ ਹੈ, ਜ਼ਰੇ ਜ਼ਰੇ ਦੇ ਵਿੱਚ ਹੋਂਦ ਹੈ। ਆਸਾ ਕੀ ਵਾਰ 'ਚ ਜਿਹੜੀ ਗੱਲ ਕਹੀ ਗਈ ਹੈ, ਕਰਮ ਕਾਂਡਾਂ ਦੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਹੈ, ਉਹ ਗੱਲ ਹੈਗੀ ਹੈ। ਵੱਡੀ ਗੱਲ ਕਿ ਮਨੁੱਖ ਦੇ ਨੈਤਿਕ ਗੁਣਾਂ 'ਤੇ ਜ਼ੋਰ ਦਿੱਤਾ ਹੈ। ਇਹਦੇ ਵਿੱਚ ਸਦਗੁਣਾਂ ਨੂੰ ਗ੍ਰਹਿਣ ਕਰਨ ਦੀ ਗੱਲ ਕੀਤੀ ਹੈ, ਕੂੜ ਨੂੰ, ਝੂਠ ਨੂੰ ਤਿਆਗਣ ਦੀ ਗੱਲ ਕੀਤੀ ਹੈ। ਔਰ ਤਿਆਗਣਾ ਕੀ ਹੈ? ਤਿਆਗਣਾ ਹੈ ਆਪਣੇ ਫਿੱਕੇ ਬੋਲ, ਜਿਹੜਾ ਬਿਹੇਵੀਅਰ ਹੈ ਉਸ ਨੂੰ, ਜਿਹੜੀ ਪੈਰਾਡਾਈਜ਼ ਰਿਗੇਨਡ ਦੀ ਗੱਲ ਕੀਤੀ ਹੈ। ਅਤੇ ਜੇ ਉਹ ਰਿਗੇਨ ਕਰਨਾ ਹੈ ਤਾਂ ਫਿਰ ਬਿਹੇਵੀਅਰ ਆਪਣਾ ਠੀਕ ਕਰ, ਆਪਣਾ ਅਮਲ ਜਿਹੜਾ ਹੈ ਉਹ ਠੀਕ ਕਰ, ਪ੍ਰੈਕਟਿਸ। ਮੈਂ ਵਾਰ-ਵਾਰ ਕਹਿੰਦਾ ਗੁਰੂ ਨਾਨਕ ਦੀ ਸਾਰੀ ਫਿਲੋਸਫੀ ਹੀ ਜਿਹੜੀ ਹੈ ਨਾ ਉਹ ਅਮਲ ਹੈ, ਪ੍ਰੈਕਟਿਸ ਹੈ। ਤਾਂ ਅਖੀਰ ਵਿੱਚ ਇੰਨੀ ਗੱਲ ਕਹਾਂਗਾ ਕਿ ਸਾਰ ਬਹਾਦਰ ਕਪੂਰ ਸਿੰਘ ਜੀ ਨੇ ਆਸਾ ਕੀ ਵਾਰ ਬਾਰੇ ਗੱਲ 2-3 ਲਾਈਨਾਂ ਲਿਖੀਆਂ ਸੀ। ਉਹ ਕਹਿੰਦੇ ਨੇ ਕਿ ਆਸਾ ਕੀ ਵਾਰ ਦੀ ਭਾਵੇਂ ਕਿੰਨੀ ਵੀ ਵਿਆਖਿਆ ਕੀਤੀ ਜਾਵੇ ਕਦੇ ਵੀ ਨਹੀਂ ਮੁੱਕ ਸਕਦੀ। ਲੱਖਾਂ ਨਵੀਆਂ ਅਤੇ ਵੱਖ-ਵੱਖ ਵਿਆਖਿਆਵਾਂ ਦੇ ਬਾਵਜੂਦ ਆਸਾ ਕੀ ਵਾਰ ਦੇ ਰੂਪ ਵਿੱਚ ਗੁਰੂ ਨਾਨਕ ਦੇ ਬਚਨ ਸਦਾ ਤਾਜ਼ਾ ਹਨ ਔਰ ਹਮੇਸ਼ਾ ਰਹਿਣਗੇ। ਔਰ ਸਾਡੇ ਵਿੱਚੋਂ ਕੋਈ ਵੀ ਆਪਣੇ ਦਿਲ ਦਾ ਪੈਮਾਨਾ ਪਿਆਰ ਨਾਲ, ਸੁਰਤ ਨਾਲ, ਸੇਧ ਨਾਲ, ਗਿਆਨ ਨਾਲ, ਜੋ ਵੀ ਉਹ ਚਾਹੇ ਉਸ ਨਾਲ ਉਹ ਭਰ ਸਕਦਾ ਹੈ। ਤਾਂ ਇਹ ਆਸਾ ਕੀ ਵਾਰ ਦਾ ਫੀਚਰਸ ਮੇਨ ਜਿਹੜੇ ਡਾਕਟਰ ਸਾਹਿਬ ਨੇ ਬੜੇ ਥੋੜ੍ਹੇ ਟਾਈਮ ਦੇ ਵਿੱਚ ਕਮਾਲ ਕਰ ਦਿੱਤੀ ਹੈ। ਗਾਗਰ ਮੈਂ ਸਾਗਰ ਵਾਲੀ ਗੱਲ ਹੈ।
तो ये आशा की वार ਦਾ ਵਿਸ਼ਾ ਇੱਥੇ ਹੀ ਖਤਮ ਹੈ ਜੀ।